आदाब नमस्कार सत श्रीकाल जी। प्रोग्राम देख रहे सारे दर्शकों निੱਘਾ स्वागत है जी। जेकर ਤੁਸੀਂ ਵੀ ਇਮੀਗ੍ਰੇਸ਼ਨ ਸਲਾਹਕਾਰ ਹੋ ਜਾਂ ਵੀਜ਼ਾ ਐਕਸਪਰਟ ਹੋ, ਤੁਸੀਂ ਵੀ ਸਾਡੇ ਸ਼ੋਅ ਦੇ ਵਿੱਚ ਪਾਰਟਿਸਿਪੇਟ ਕਰਨਾ ਚਾਹੁੰਦੇ ਹੋ ਤਾਂ ਸਾਨੂੰ ਕਾਲ ਕਰ ਸਕਦੇ ਹੋ। ਨੰਬਰ ਹੈ 9914400369। ਨੰਬਰ ਇੱਕ ਵਾਰ ਫਿਰ ਤੋਂ ਨੋਟ ਕਰ ਲਓ 9914400369। ਸਤਿ ਸ਼੍ਰੀ ਅਕਾਲ ਦੇਸ਼ ਤੋਂ ਵਿਦੇਸ਼ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਮਨਦੀਪ ਸਵਾਗਤ ਕਰਦੀ ਹਾਂ। ਉਮੀਦ ਕਰਦੇ ਹਾਂ ਤੁਸੀਂ ਸਭ ਬਿਲਕੁਲ ਠੀਕ ਠਾਕ ਹੋਵੋਗੇ। ਇਸ ਪ੍ਰੋਗਰਾਮ ਰਾਹੀਂ ਅਸੀਂ ਚਰਚਾ ਕਰਦੇ ਹਾਂ, ਤੁਹਾਡੇ ਸਵਾਲ ਪੁੱਛਦੇ ਹਾਂ ਕਿਸੇ ਖਾਸ ਵੀਜ਼ਾ ਐਕਸਪਰਟ ਤੋਂ। ਤੇ ਅੱਜ ਦੀ ਜਿਹੜੀ ਚਰਚਾ ਆ, ਅੱਜ ਦੀ ਚਰਚਾ ਦੇ ਵਿੱਚ ਅਸੀਂ ਗੱਲਾਂ ਕਰਨੀਆਂ ਨੇ, ਚਰਚਾ ਕਰਨੀ ਹੈ ਕਿ ਕਿਹੜੇ ਸਟੂਡੈਂਟਸ ਨੇ ਜਿਨ੍ਹਾਂ ਦੇ ਵੀਜ਼ਾ ਆ ਰਹੇ ਨੇ, ਕਿਹਨਾਂ ਨੂੰ ਇੰਤਜ਼ਾਰ ਕਰਨਾ ਚਾਹੀਦਾ ਆ, ਕਿਹੜੀਆਂ ਖਾਸ ਗੱਲਾਂ ਨੇ ਜਿਨ੍ਹਾਂ ਦਾ ਸਟੂਡੈਂਟ ਜਿਹੜਾ ਆ ਧਿਆਨ ਰੱਖਣ। ਤੇ ਅੱਜ ਦੀ ਚਰਚਾ 'ਚ ਐਕਸਪਰਟ ਕਰੀਅਰ ਤੋਂ ਮੇਰੇ ਨਾਲ ਸ਼ਿਰਕਤ ਕਰਨ ਜਾ ਰਹੇ ਨੇ ਜੀ ਕੁਲਵਿੰਦਰ ਢਿੱਲੋਂ ਜੀ। ਤੇ ਸਭ ਤੋਂ ਪਹਿਲਾਂ ਉਹਦਾ ਸਵਾਗਤ ਕਰਦੇ ਹਾਂ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਜੀ ਕੁਲਵਿੰਦਰ ਜੀ, ਜਿਸ ਤਰ੍ਹਾਂ ਮੈਂ ਹੁਣੇ ਕਿਹਾ ਵੀ ਕਿਹੜੇ ਸਟੂਡੈਂਟ ਨੇ ਜਿਹੜੇ ਹੁਣ ਅਪਲਾਈ ਕਰ ਸਕਦੇ ਨੇ, ਕਿਹੜੇ ਸਟੂਡੈਂਟ ਨੇ ਜਿਨ੍ਹਾਂ ਦੇ ਵੀਜ਼ਾਸ ਆ ਚੁੱਕੇ ਨੇ, ਆ ਰਹੇ ਨੇ, ਕੀ ਸਿਸਟਮ ਚੱਲ ਰਿਹਾ ਇਸ ਟਾਈਮ ਮਾਰਕੀਟ ਦੇ ਵਿੱਚ? ਸਾਰੇ ਹੀ ਜਿਹੜੇ ਸਟੂਡੈਂਟਸ ਹੈਗੇ ਆ ਉਹਨਾਂ ਦਾ ਸਕਸੈਸ ਰੇਟ ਬਹੁਤ ਠੀਕ ਆ ਰਿਹਾ ਹੈਗਾ। ਹੁਣ ਪਹਿਲਾਂ ਸਾਰੇ ਬੱਚਿਆਂ ਨੂੰ ਕਿਤੇ ਨਾ ਕਿਤੇ ਇਹ ਉਡੀਕ ਸੀ ਵੀ ਕਦੋਂ VFS ਓਪਨ ਹੋਣਗੇ, ਕਦੋਂ ਸਾਡੇ ਪਾਸਪੋਰਟ ਦੀ ਰਿਕੁਐਸਟ ਆਊਗੀ, ਸਾਡੇ ਪਾਸਪੋਰਟ 'ਤੇ ਵੀਜ਼ਾਸ ਕਦੋਂ ਸਟੈਂਪ ਹੋਣਗੇ। ਤਾਂ ਰੀਸੈਂਟ ਜਿੱਥੇ ਅਪਡੇਸ਼ਨ ਸੀ ਵੀ ਪਾਸਪੋਰਟ ਰਿਕੁਐਸਟ ਬੱਚਿਆਂ ਦੀ ਆ ਗਈ ਸੀਗੀ ਤਾਂ ਉਹਨਾਂ ਦੇ ਪਾਸਪੋਰਟ 'ਤੇ ਵੀਜ਼ਾ ਸਟੈਂਪਿੰਗ ਸ਼ੁਰੂ ਹੋ ਚੁੱਕੀ ਹੈ। ਹੁਣ ਜਿਹੜੇ ਬੱਚਿਆਂ ਦੇ ਬਾਇਓਮੈਟ੍ਰਿਕ ਪੈਂਡਿੰਗ ਸੀਗੇ ਉਹਨਾਂ ਦੇ ਲਈ ਵੀ ਬਾਇਓਮੈਟ੍ਰਿਕ ਦੀਆਂ ਅਪੁਆਇੰਟਮੈਂਟਸ ਬੁੱਕ ਹੋਣੀਆਂ ਸ਼ੁਰੂ ਹੋ ਗਈਆਂ ਹੈਗੀਆਂ। 2 ਤਰੀਕ ਤੋਂ ਜਿਹੜੇ ਬੱਚਿਆਂ ਦੇ ਸਟੂਡੈਂਟ ਵੀਜ਼ਾ ਦੇ ਜਿਹੜੇ ਬਾਇਓਮੈਟ੍ਰਿਕ ਹੈ ਉਹ ਸਟਾਰਟ ਹੋ ਗਏ ਹੈਗੇ ਆ। ਤਾਂ ਪਹਿਲਾਂ ਫਸਟ ਆਫ ਆਲ ਜਿਹੜੇ ਫੈਮਿਲੀ ਕਲਾਸ ਦੇ ਸੀ 25 ਤਰੀਕ ਤੋਂ ਫੈਮਿਲੀ ਕਲਾਸ ਦੀਆਂ ਅਪੁਆਇੰਟਮੈਂਟ ਸੀਗੀਆਂ ਤੇ 2 ਤਰੀਕ ਤੋਂ ਸਟੂਡੈਂਟਸ ਦੀਆਂ ਜਿਹੜੀਆਂ ਬਾਇਓਮੈਟ੍ਰਿਕ ਦੇ ਅਪੁਆਇੰਟਮੈਂਟਸ ਹੈ ਤੇ ਉਹਨਾਂ ਦੇ ਵੀ ਜਿਹੜੇ ਰਿਜ਼ਲਟ ਹੈ ਬਹੁਤ ਜਲਦੀ ਦਸੰਬਰ ਦੇ ਵਿੱਚ ਸਾਰਾ ਜਿੰਨਾ ਵੀ ਬੈਕਲੌਗ ਪਿਛਲਾ ਸੀ ਉਹ ਸਾਰਾ ਕਲੀਅਰ ਹੋ ਜਾਣ ਜੀ। ਸਟੂਡੈਂਟ ਜਿਹੜੇ ਨੇ ਫਲਾਈ ਕਦੋਂ ਕੁ ਕਰਨਗੇ, ਕਦੋਂ ਕੁ ਉਮੀਦ ਹੈ ਸਟੂਡੈਂਟ ਦੇ ਵਿਦੇਸ਼ ਜਾਣ ਦੀ? ਨਹੀਂ, ਆਲਰੇਡੀ ਜਿਹੜੇ ਸਟੂਡੈਂਟਸ ਦੀ ਫਲਾਈਟਸ ਹੈਗੀਆਂ ਆਲਰੇਡੀ ਸ਼ੁਰੂ ਹੋ ਚੁੱਕੀਆਂ ਹੈਗੀਆਂ। ਜਿਨ੍ਹਾਂ ਦੇ ਪਹਿਲਾਂ ਆਲਰੇਡੀ ਬਾਇਓਮੈਟ੍ਰਿਕ ਡਨ ਹੋ ਚੁੱਕੇ ਸੀ ਜਾਂ ਜਿਨ੍ਹਾਂ ਦੇ ਰਿਜੈਕਸ਼ਨ ਕੇਸਿਸ ਦੇ ਪਹਿਲਾਂ ਵੀਜ਼ਾਸ ਆਏ ਸੀਗੇ, ਜਿਨ੍ਹਾਂ ਦੇ ਆਲਰੇਡੀ ਬਾਇਓਮੈਟ੍ਰਿਕ ਡਨ ਸੀਗੇ ਤੇ ਉਹਨਾਂ ਦੀ ਪਾਸਪੋਰਟ ਰਿਕੁਐਸਟ ਆ ਗਈ ਸੀ, ਉਹਨਾਂ ਦੇ ਵੀਜ਼ਾ ਸਟੈਂਪ ਹੋ ਕੇ ਫਲਾਈਟਸ ਆਲਰੇਡੀ ਆਨ ਹੈ। ਪਹਿਲਾਂ ਫਲਾਈਟਸ ਦੇ ਰਿਲੇਟਡ ਪਹਿਲਾਂ ਕੰਡੀਸ਼ਨ ਸੀ ਵੀ 18 ਮਾਰਚ ਤੋਂ ਪਹਿਲਾਂ ਵਾਲੇ ਬੱਚੇ ਪਹਿਲਾਂ ਜਾਣਗੇ, ਬਟ ਹੁਣ ਇਹ ਸਾਰੀਆਂ ਕੰਡੀਸ਼ਨਸ ਹਟ ਚੁੱਕੀਆਂ। ਜਿਨ੍ਹਾਂ ਦੇ ਵੀਜ਼ਾ ਦੇ ਕੇਸਿਸ ਐਪਲੀਕੇਸ਼ਨਸ ਫਾਈਨਲ ਹੋ ਰਹੀਆਂ, ਜਿਨ੍ਹਾਂ ਦੇ ਬਾਇਓਮੈਟ੍ਰਿਕ ਡਨ ਹੋ ਰਹੇ ਆ, ਉਹਨਾਂ ਦੇ ਪਾਸਪੋਰਟ 'ਤੇ ਵੀਜ਼ਾ ਸਟੈਂਪ ਹੋ ਰਿਹਾ ਤੇ ਫਲਾਈਟਸ ਲਈ ਕਿਸੇ ਤਰ੍ਹਾਂ ਦੀ ਕੋਈ ਕੰਡੀਸ਼ਨ ਨਹੀਂ ਹੈ। ਤਾਂ ਆਲਰੇਡੀ ਬੱਚਿਆਂ ਦੀਆਂ ਫਲਾਈਟਸ ਕੰਟੀਨਿਊ, ਆਲਰੇਡੀ ਸਾਡੇ ਬੱਚੇ ਜਾ ਰਹੇ ਆ ਜੀ। ਕੈਨੇਡਾ ਦੇ ਜੇਕਰ ਆਪਾਂ ਗੱਲ ਕਰੀਏ ਤਾਂ ਆਇਲਸ ਦਾ ਜਿਹੜਾ ਸਕੋਰ ਆ ਬਹੁਤ ਮੈਟਰ ਕਰਦਾ ਆ। ਕੋਈ ਇਮੀਗ੍ਰੇਸ਼ਨ ਵਾਲਾ 5.5 ਤੇ ਫਾਈਲ ਲਵਾਉਂਦਾ ਆ, ਕੋਈ 6 ਦੇ ਉੱਤੇ ਲਵਾਉਂਦਾ ਆ। PT ਜਿਹੜੀ ਆ, PT ਨੂੰ ਕੈਨੇਡਾ ਅਸੈਪਟ ਕਰਦਾ ਆ? ਕਿੰਨਾ ਸਕੋਰ ਹੈਗਾ? ਕਿਹੜੇ ਕਾਲਜਸ ਨੇ ਜਿਹੜੇ PT ਨੂੰ ਅਪਰੂਵਲ ਦਿੰਦੇ ਨੇ? ਨਹੀਂ, PT ਡੈਫੀਨੇਟਲੀ PT ਨੂੰ ਵੀ ਕੈਨੇਡਾ ਦੇ ਨੰਬਰ ਆਫ ਕਾਲਜਸ ਹੈਗੇ ਆ, ਕੁਝ ਯੂਨੀਵਰਸਿਟੀਜ਼ ਵੀ ਆ ਜਿਹੜੇ PT ਨੂੰ ਅਸੈਪਟ ਕਰਦੇ ਆ। PT ਦੇ ਵਿੱਚ ਓਵਰਆਲ ਜਿਹੜੇ ਬੱਚਿਆਂ ਦੇ 50 ਤੋਂ ਅਬਵ ਸਕੋਰਸ ਹੈਗੇ ਆ ਤੇ ਈਚ 43 ਸਕੋਰ ਹੋਣੇ ਚਾਹੀਦੇ ਆ। ਹਰੇਕ ਮੋਡਿਊਲ ਦੇ ਵਿੱਚ 43 ਹੋਣੇ ਚਾਹੀਦੇ ਆ। ਓਵਰਆਲ 50+ ਸਕੋਰ ਹੋਣਾ ਚਾਹੀਦਾ ਹੈਗਾ। ਤਾਂ ਨੰਬਰ ਆਫ ਕਾਲਜਸ ਹੈਗੇ ਆ, ਕੁਝ ਯੂਨੀਵਰਸਿਟੀਜ਼ ਵੀ ਹੈਗੀਆਂ ਜਿਹੜੀਆਂ PT ਅਸੈਪਟ ਕਰਦੀਆਂ। IELTS ਜਦ ਤੱਕ ਤੁਸੀਂ ਗੱਲਬਾਤ ਕੀਤੀ ਹੈ, ਸਾਰੇ ਬੱਚਿਆਂ ਨੂੰ ਪਤਾ ਵੀ SDS ਦੇ ਵਿੱਚ 6 ਈਚ ਦੀ ਰਿਕੁਆਇਰਮੈਂਟ ਹੈਗੀ SDS ਕਾਲਜਸ ਦੇ ਵਿੱਚ ਜਾਣਾ। ਇਸ ਤੋਂ ਇਲਾਵਾ ਜਿਹੜੇ ਬੱਚਿਆਂ ਦੀ 1 ਮੋਡਿਊਲ ਜਾਂ 2 ਮੋਡਿਊਲ ਦੇ ਵਿੱਚੋਂ 5.5 ਬੈਂਡ ਹੈਗੇ ਆ, ਉਹ ਬੱਚੇ ਨਾਨ SDS ਦੇ ਵਿੱਚ ਵੀ ਗਵਰਨਮੈਂਟ ਕਾਲਜਸ ਦੇ ਵਿੱਚ ਜਾ ਸਕਦੇ ਹੈਗੇ ਆ। ਕਾਫੀ ਗਵਰਨਮੈਂਟ ਕਾਲਜਸ ਹੈਗੇ ਆ ਜਿਨ੍ਹਾਂ ਦੇ ਵਿੱਚ ਆਪਾਂ ਕੁਝ ਕਾਲਜਾਂ ਦੇ ਨਾਮ ਲਈਏ। ਸਾਲਟ ਕਾਲਜ ਹੈਗਾ, ਕੈਨਸਟੋਗਾ ਕਾਲਜ ਹੈਗਾ, ਕੈਂਬਰੀਅਨ ਕਾਲਜ ਹੈਗਾ, ਸੈਂਟ ਲਾਰੈਂਸ ਹੈ ਤੇ ਇਸ ਤਰ੍ਹਾਂ ਮੌਂਟਰੀਅਲ ਦੇ ਵੀ ਕਾਲਜਸ ਹੈਗਾ, ਜਿੱਦਾਂ CDI ਕਾਲਜ ਹੋ ਗਿਆ, ਕੈਨੇਡਾ ਕਾਲਜ ਹੈਗਾ, ਜਿਨ੍ਹਾਂ ਦੇ ਵਿੱਚ ਪੜ੍ਹਾਈ ਤੋਂ ਬਾਅਦ ਬੱਚਿਆਂ ਨੂੰ ਵਰਕ ਪਰਮਿਟ ਵੀ ਮਿਲਦਾ ਹੈਗਾ। ਅਦਰਵਾਈਜ਼ ਪਹਿਲਾਂ ਕਿਹਾ ਜਾਂਦਾ ਸੀ ਵੀ ਜਿਨ੍ਹਾਂ ਬੱਚਿਆਂ ਦੇ ਬੈਂਡ ਘੱਟ ਆ ਉਹਨਾਂ ਨੂੰ ਕਿਸੇ ਪ੍ਰਾਈਵੇਟ ਕਾਲਜ ਭੇਜਿਆ ਜਾਊਗਾ ਜਿਹਦੇ 'ਚ ਕੋਈ ਵਰਕ ਪਰਮਿਟ ਨਹੀਂ ਮਿਲੂਗਾ। ਤਾਂ ਉਹਨਾਂ ਬੱਚਿਆਂ ਦੇ ਲਈ ਵੀ ਵਰਕ ਪਰਮਿਟ ਵਾਲੇ ਕਾਲਜਸ ਹੈਗੇ ਜਿਨ੍ਹਾਂ ਦੇ ਵਿੱਚ 2 ਸਾਲ ਦੀ ਪੜ੍ਹਾਈ ਤੋਂ ਬਾਅਦ 3 ਸਾਲ ਦਾ ਵਰਕ ਪਰਮਿਟ ਮਿਲਦਾ ਜੀ। ਕੁਲਵਿੰਦਰ ਜੀ, ਇੱਕ ਅਹਿਮ ਸਵਾਲ ਜਿਹੜਾ ਸਟੂਡੈਂਟਸ ਦੇ ਦਿਲਾਂ ਦੇ ਵਿੱਚ ਉੱਠਦਾ ਆ ਵੀ +2 ਸਟੂਡੈਂਟ ਨੇ ਕਰ ਲਈ, ਗ੍ਰੈਜੂਏਸ਼ਨ ਸਟੂਡੈਂਟ ਨੇ ਕਰ ਲਈ, ਗ੍ਰੈਜੂਏਸ਼ਨ ਤੋਂ ਬਾਅਦ ਸਟੂਡੈਂਟ ਡਿਗਰੀ ਦੇ ਵਿੱਚ ਜਾਵੇ, ਮਾਸਟਰ ਡਿਗਰੀ ਲਈ ਜਾਵੇ ਜਾਂ ਡਿਪਲੋਮੇ ਲਈ ਜਾਵੇ। +2 ਤੋਂ ਬਾਅਦ ਵੀ ਸਟੂਡੈਂਟ ਸੇਮ ਐਜ਼ ਇਟ ਇਜ਼ ਡਿਗਰੀ ਲਈ ਜਾਵੇ ਜਾਂ ਡਿਪਲੋਮੇ ਲਈ ਜਾਵੇ, ਕਿਉਂਕਿ ਸਟੂਡੈਂਟ ਬੜੇ ਕਨਫਿਊਜ਼ ਹੋ ਜਾਂਦੇ ਨੇ। ਸਾਰੇ ਐਕਸਪਰਟਸ ਜਿਹੜੇ ਨੇ ਆਪੋ ਆਪਣੀ ਸਲਾਹ ਦਿੰਦੇ ਨੇ। ਤੁਹਾਡੀ ਇਸ ਵਿਸ਼ਾ ਦੇ ਉੱਤੇ ਕੀ ਰਾਏ ਆ? ਜਦੋਂ ਤੱਕ ਇਹ ਕੰਸਰਨ ਹੈਗਾ ਵੀ ਅਸੀਂ ਡਿਪਲੋਮੇ ਲਈ ਜਾਈਏ ਜਾਂ ਡਿਗਰੀ ਲਈ ਜਾਈਏ ਤਾਂ ਇਹ ਤੁਹਾਡੇ ਬਜਟ 'ਤੇ ਡਿਪੈਂਡ ਕਰਦਾ ਹੈਗਾ ਵੀ ਕਿਸ ਤਰ੍ਹਾਂ ਦੀ ਐਜੂਕੇਸ਼ਨ ਤੁਸੀਂ ਲੈਣਾ ਚਾਹੁੰਦੇ ਹੋ। ਜੇ ਇੱਕ ਤੁਸੀਂ ਅਫੋਰਡੇਬਲ ਬਜਟ ਦੇ ਵਿੱਚ ਚੰਗੀ ਐਜੂਕੇਸ਼ਨ ਲੈਣਾ ਚਾਹੁੰਦੇ ਹੋ ਤੇ ਇੱਕ ਟਾਈਮਲੀ PR ਲੈਣਾ ਚਾਹੁੰਦੇ ਹੋ ਤਾਂ ਤੁਹਾਨੂੰ ਡਿਪਲੋਮੇ ਦੀ ਆਪਸ਼ਨ ਲੈਣੀ ਚਾਹੀਦੀ ਹੈ। ਜੇ ਤੁਸੀਂ ਸੋਚਦੇ ਹੋ ਵੀ ਤੁਹਾਡੇ ਕੋਲ ਟਾਈਮ ਹੈ, ਤੁਹਾਨੂੰ ਇੰਨੀ ਕੋਈ PR ਦੀ ਜਲਦੀ ਹੈ ਨਹੀਂ ਗੀ, ਤੁਸੀਂ ਇੱਕ ਬਹੁਤ ਅੱਛੀ ਐਜੂਕੇਸ਼ਨ ਲੈਣਾ ਚਾਹੁੰਦੇ ਹੋ ਤਾਂ ਫਿਰ ਤੁਹਾਨੂੰ ਡਿਗਰੀ ਦੀ ਆਪਸ਼ਨ ਲੈਣੀ ਚਾਹੀਦੀ ਹੈਗੀ ਆ। ਹੁਣ ਕੈਨੇਡਾ ਦੇ ਵਿੱਚ ਬਹੁਤ ਅੱਛੀਆਂ ਯੂਨੀਵਰਸਿਟੀਜ਼ ਹੈਗੀਆਂ ਜਿਨ੍ਹਾਂ ਦੇ ਵਿੱਚ ਬਹੁਤ ਅੱਛੀ ਡਿਗਰੀ ਦੇ ਕੋਰਸਿਸ ਹੈਗੇ ਆ, ਬਟ ਜਿਹੜੇ ਡਿਪਲੋਮਾ ਦੇ ਲਈ ਉਹਨਾਂ ਦੇ ਕਮਿਊਨਿਟੀ ਕਾਲਜਸ ਹੈਗੇ ਆ ਤੇ ਕਮਿਊਨਿਟੀ ਕਾਲਜਸ ਦੇ ਵਿੱਚ ਬਹੁਤ ਅੱਛੇ ਟੈਕਨੀਕਲ ਡਿਪਲੋਮਾ ਪ੍ਰੋਗਰਾਮਸ ਵੀ ਆ ਜਿਹੜੇ ਪ੍ਰੋਗਰਾਮਸ ਨੂੰ ਕਰਕੇ ਬੱਚੇ ਈਜ਼ੀਲੀ ਫਿਊਚਰ ਦੇ ਵਿੱਚ ਚੰਗੀਆਂ ਜੌਬਸ ਲੈ ਸਕਦੇ ਹੈਗੇ ਆ।
ਆਪਾਂ ਸਕਾਲਰਸ਼ਿਪ ਦੀ ਗੱਲ ਕਰੀਏ ਤਾਂ ਸਕਾਲਰਸ਼ਿਪ ਸਿਰਫ ਉਹ ਸਟੂਡੈਂਟ ਲੈ ਸਕਦਾ ਆ ਜਿਹੜਾ ਐਲੀਜੀਬਲ ਆ, ਜਿਹਦੇ ਮਾਰਕਸ 80+ ਹੈਗੇ ਨੇ ਜਾਂ ਫਿਰ ਜਿਹਦਾ ਬੈਂਡ ਸਕੋਰ ਬਹੁਤ ਵਧੀਆ ਹੈਗਾ, ਉਹ ਸਟੂਡੈਂਟ ਸਕਾਲਰਸ਼ਿਪ ਲਈ ਅਪਲਾਈ ਕਰ ਸਕਦਾ। ਲੇਕਿਨ ਕਿਤੇ ਨਾ ਕਿਤੇ ਇੰਡੀਅਨ ਸਟੂਡੈਂਟ ਜਿਹੜਾ ਆ ਉਹ ਇਕਨੋਮਿਕਲੀ ਉਹਦੀ ਜਿਹੜੀ ਕੰਡੀਸ਼ਨ ਆ, ਜੇਬ ਥੋੜ੍ਹੀ ਜਿਹੀ ਘੱਟ ਭਾਰੀ ਆ, ਉਹਨਾਂ ਲਈ ਕੋਈ ਫੈਸਿਲਿਟੀ ਹੈਗੀ ਹੈ? ਕੈਨੇਡਾ ਕੁਛ ਇੱਦਾਂ ਦੇ ਕੋਈ ਕਾਲਜਸ ਜਾਂ ਯੂਨੀਵਰਸਿਟੀਜ਼ ਸਾਨੂੰ ਪ੍ਰੋਵਾਈਡ ਕਰਾਉਂਦਾ ਆ ਜਿਹੜੇ ਘੱਟ ਫੀਸ ਦੇ ਉੱਤੇ ਸਾਨੂੰ ਵਧੇਰਾ ਜਿਹੜਾ ਆ ਰਿਜ਼ਲਟ ਦੇ ਦੇਣ? ਜਿੱਥੋਂ ਤੱਕ ਵੀ ਸਕਾਲਰਸ਼ਿਪ ਦੀ ਗੱਲਬਾਤ ਹੈ ਤਾਂ ਬਹੁਤ ਅੱਛੀਆਂ ਯੂਨੀਵਰਸਿਟੀਜ਼ ਹੈਗੀਆਂ ਜਿਹੜੀਆਂ ਸਕਾਲਰਸ਼ਿਪ ਬੱਚੇ ਨੂੰ ਆਫਰ ਕਰਦੀਆਂ ਹੈਗੀਆਂ। ਇਸ ਤੋਂ ਇਲਾਵਾ ਬਹੁਤ ਅੱਛੇ ਗਵਰਨਮੈਂਟ ਦੇ ਕਾਲਜਸ ਵੀ ਹੈਗੇ ਆ ਜਿਨ੍ਹਾਂ ਦੇ ਵਿੱਚ ਲੋ ਫੀਸ ਸਟਰਕਚਰ ਦੇ ਵਿੱਚ ਬੱਚੇ ਚੰਗੀ ਐਜੂਕੇਸ਼ਨ ਲੈ ਸਕਦੇ ਹੈਗੇ ਆ। ਮੌਂਟਰੀਅਲ ਦੇ ਵਿੱਚ ਕੁਝ ਕਾਲਜਸ ਹੈਗੇ ਆ ਜਿਨ੍ਹਾਂ ਦੇ ਵਿੱਚ ਬਹੁਤ ਅਫੋਰਡੇਬਲ ਫੀਸ ਸਟਰਕਚਰ ਹੈ। 1 ਸਾਲ ਦੀ ਫੀਸ ਤੁਸੀਂ ਅਪਰੋਕਸ ਮੰਨ ਕੇ ਚੱਲੋ ਵੀ 4-4.5 ਲੱਖ ਰੁਪਇਆ ਫੀਸ ਭਰ ਕੇ ਬੱਚੇ 1 ਸਾਲ ਦਾ ਪੂਰਾ ਕੋਰਸ ਕੰਪਲੀਟ ਕਰ ਸਕਦੇ ਆ। 2 ਸਾਲ ਦਾ ਜਿਹੜੇ ਬੱਚੇ ਕੋਰਸ ਕੰਪਲੀਟ ਕਰਦੇ ਆ ਉਹਦੇ ਬਾਅਦ 3 ਸਾਲ ਦਾ ਵਰਕ ਪਰਮਿਟ ਉਹਨਾਂ ਬੱਚਿਆਂ ਨੂੰ ਮਿਲ ਸਕਦਾ ਹੈ। ਜਦੋਂ ਕਿ ਕੁਝ ਕਮਿਊਨਿਟੀ ਕਾਲਜ ਹੈ ਜਿਨ੍ਹਾਂ ਦੀ ਫੀਸ ਐਵਰੇਜ ਸਾਰੇ ਬੱਚਿਆਂ ਨੂੰ ਪਤਾ ਵੀ 7 ਤੋਂ 8 ਲੱਖ ਰੁਪਏ ਉਹਨਾਂ ਦੀ ਫੀਸ ਹੁੰਦੀ ਹੈ। ਤਾਂ ਇਹ ਆਪਣੀ ਚੁਆਇਸ ਆ ਬੱਚਿਆਂ ਦੀ, ਜੇ ਉਹ ਕਿਸ ਤਰ੍ਹਾਂ ਦਾ ਕਾਲਜ ਅਫੋਰਡ ਕਰਦੇ ਹੈਗੇ ਆ। ਜੇ ਉਹਨਾਂ ਦਾ ਬਜਟ ਘੱਟ ਹੈਗਾ ਤਾਂ ਉਹਨਾਂ ਨੂੰ ਉਸ ਤਰ੍ਹਾਂ ਦਾ ਕਾਲਜ ਚੂਜ਼ ਕਰਨਾ ਚਾਹੀਦਾ ਜਿਹਦੇ ਵਿੱਚ ਉਹਨਾਂ ਦੀ ਐਵਰੇਜ ਫੀਸ ਦੇ ਵਿੱਚ ਉਹਨਾਂ ਨੂੰ ਅੱਗੇ ਉਹਨਾਂ ਦੀ ਸੈਟਲਮੈਂਟ ਹੋ ਜੇ, ਉਹਨਾਂ ਦੀ ਪੜ੍ਹਾਈ ਵੀ ਹੋ ਜੇ, ਉਹਨਾਂ ਨੂੰ ਵਰਕ ਪਰਮਿਟ ਵੀ ਮਿਲ ਜੇ। ਜੇ ਉਹ ਲੋਕੇਸ਼ਨ ਦੀ ਉਹਨਾਂ ਦੀ ਕੋਈ ਪ੍ਰੈਫਰੈਂਸ ਹੈਗੀ ਆ ਵੀ ਕੋਈ ਬੱਚਾ ਟੋਰਾਂਟੋ ਜਾਣਾ ਚਾਹੁੰਦਾ ਜਾਂ ਵੈਨਕੂਵਰ ਜਾਣਾ ਚਾਹੁੰਦਾ ਹੈਗਾ ਜਾਂ ਸਪੈਸੀਫਿਕ ਮੌਂਟਰੀਅਲ ਜਾਣਾ ਚਾਹੁੰਦਾ, ਤਾਂ ਹਰ ਲੋਕੇਸ਼ਨ ਦੇ ਵਿੱਚ ਸਾਡੇ ਕੋਲ ਕਾਲਜਸ ਅਵੇਲੇਬਲ ਹੈ। ਜਿਸ ਤਰ੍ਹਾਂ ਦਾ ਵੀ ਫੀਸ ਸਟਰਕਚਰ ਤੁਸੀਂ ਚਾਹੁੰਦੇ ਆ, ਸਾਡੇ ਕੋਲ ਵਾਈਡ ਰੇਂਜ ਆਫ ਕੋਰਸਿਸ ਵੀ ਹੈਗੇ ਆ, ਕਾਲਜਸ ਵੀ ਹੈਗੇ ਆ। ਜੇ ਤੁਹਾਡੀ ਸਪੈਸੀਫਿਕ ਚੁਆਇਸ ਕਿਸੇ ਤਰ੍ਹਾਂ ਦੀ ਯੂਨੀਵਰਸਿਟੀ ਦੇ ਵਿੱਚ ਕੋਈ ਡਿਗਰੀ ਕਰਨਾ ਚਾਹੁੰਦੇ ਆ ਤਾਂ ਡਿਗਰੀ ਦੇ ਪ੍ਰੋਗਰਾਮਸ ਵੀ ਸਾਡੇ ਕੋਲ ਅਵੇਲੇਬਲ ਹੈ ਜਿਨ੍ਹਾਂ ਦੇ ਵਿੱਚ ਬੱਚੇ ਐਡਮਿਸ਼ਨ ਲੈ ਸਕਦੇ ਆ। ਜੀ, ਮੈਂ ਦਰਸ਼ਕਾਂ ਨੂੰ ਇੱਥੇ ਯਾਦ ਕਰਵਾ ਦੇਵਾਂ ਵੀ ਸਕਰੀਨ ਦੇ ਉੱਤੇ ਨੰਬਰ ਜਿਹੜਾ ਲਗਾਤਾਰ ਹੈ ਉਹ ਡਿਸਪਲੇ ਹੋ ਰਿਹਾ। ਜੇਕਰ ਤੁਹਾਡੀ ਕੋਈ ਵੀ ਕੁਐਰੀ ਹੈ ਤਾਂ ਤੁਸੀਂ ਇਸ ਨੰਬਰ ਦੇ ਉੱਤੇ ਸੰਪਰਕ ਕਰ ਸਕਦੇ ਹੋ, ਇਹਨਾਂ ਦੇ ਨਾਲ ਰਾਬਤਾ ਕਰ ਸਕਦੇ ਹੋ, ਆਪਣੇ ਸਵਾਲਾਂ ਦੇ ਜਿਹੜੇ ਜਵਾਬ ਆ ਉਹ ਇਹਨਾਂ ਤੋਂ ਲੈ ਸਕਦੇ ਹੋ, ਇਹਨਾਂ ਤੋਂ ਟਾਈਮ ਲੈ ਕੇ ਇਹਨਾਂ ਨੂੰ ਅਪਾਇੰਟਮੈਂਟ ਲੈ ਕੇ ਇਹਨਾਂ ਨੂੰ ਮਿਲ ਸਕਦੇ ਹੋ। ਅਗਲੇ ਸਵਾਲ ਵੱਲ ਵਧਦੇ ਹਾਂ ਵੀ ਤੁਸੀਂ SGS ਔਰ ਨਾਨ SGS ਕੈਟਾਗਰੀ ਦੀ ਗੱਲ ਕੀਤੀ ਸੀ। ਜੇਕਰ ਅਸੀਂ ਉਹਨੂੰ ਥੋੜ੍ਹਾ ਜਿਹਾ ਕੁਛ ਸ਼ਬਦਾਂ 'ਚ ਐਕਸਪਲੇਨ ਕਰੀਏ ਤਾਂ ਉਹ ਸਾਡੇ ਦਰਸ਼ਕਾਂ ਲਈ ਕਾਫੀ ਹੈਲਪਫੁਲ ਹੋ ਜਾਊਗਾ। ਸਾਰੇ ਜਿੰਨੇ ਸਟੂਡੈਂਟ ਅੱਜ ਦੀ ਡੇਟ ਕੈਨੇਡਾ ਲਈ ਅਪਲਾਈ ਕਰ ਰਹੇ ਆ ਉਹਨਾਂ ਨੂੰ ਨਾਰਮਲੀ ਇਹਨਾਂ ਚੀਜ਼ਾਂ ਬਾਰੇ ਪਤਾ ਵੀ SDS ਦੀ ਜਿਹੜੀ ਰਿਕੁਆਇਰਮੈਂਟ ਹੈ ਵੀ 6 each ਬੈਂਡ ਬੱਚਿਆਂ ਦੇ ਹੋਣੇ ਚਾਹੀਦੇ ਆ। 1 ਸਾਲ ਦੀ ਫੀਸ ਤੇ GIC ਬੱਚਿਆਂ ਦਾ ਫਿਲ ਕੀਤਾ ਹੋਣਾ ਚਾਹੀਦਾ। ਜਿਹੜੇ ਨਾਨ SDS ਵਾਲੇ ਬੱਚੇ ਹੈਗੇ ਆ ਉਹਨਾਂ ਦੇ ਲਈ ਇਹ ਚੀਜ਼ ਹੈ ਵੀ ਜਿਨ੍ਹਾਂ ਦੇ 1 ਮੋਡਿਊਲ 'ਚੋਂ 5.5 ਹੈ ਜਾਂ 2 ਮੋਡਿਊਲ 'ਚੋਂ 5.5 ਹੈ, ਉਹ ਬੱਚੇ ਨਾਨ SDS ਕੈਟਾਗਰੀ ਦੇ ਵਿੱਚ ਅਪਲਾਈ ਕਰਦੇ ਹੈਗੇ ਆ। ਉਹਨਾਂ ਲਈ ਇਹ ਚੀਜ਼ ਹੈ ਵੀ ਇਹ ਨਹੀਂ ਗਾ ਵੀ ਉਹਨਾਂ ਲਈ ਗਵਰਨਮੈਂਟ ਕਾਲਜਸ ਦੀ ਆਪਸ਼ਨ ਨਹੀਂ ਹੈਗੀ, ਉਹ SDS ਵਾਲੇ ਕਾਲਜਸ ਦੇ ਵਿੱਚ ਅਪਲਾਈ ਕਰ ਸਕਦੇ ਹੈਗੇ ਆ। ਬਟ ਉਹਨਾਂ ਦੀ ਜਿਹੜੀ ਵੀਜ਼ਾ ਕੈਟਾਗਰੀ ਹੈ ਉਹ ਜਰਨਲ ਕੈਟਾਗਰੀ ਦੇ ਵਿੱਚ ਉਹਨਾਂ ਦੀ ਫਾਈਲ ਲੱਗਦੀ ਹੈਗੀ ਆ। ਉਹਦੇ 'ਚ ਉਹਨਾਂ ਨੂੰ ਫਾਈਲਿੰਗ ਦਾ ਥੋੜ੍ਹਾ ਜਿਹਾ ਡਿਫਰੈਂਟ ਹੋ ਜਾਂਦਾ ਹੈਗਾ ਵੀ ਉਹਨਾਂ ਨੂੰ ਕੁਝ ਫੰਡ ਵਗੈਰਾ ਸ਼ੋ ਕਰਨੇ ਪੈਂਦੇ ਆ, ਆਪਦੇ ਫਾਈਨੈਂਸ਼ੀਅਲ ਡਾਕੂਮੈਂਟ ਨਾਲ ਅਟੈਚ ਕਰਨੇ ਪੈਂਦੇ ਆ। ਇੱਕ SDS ਪ੍ਰੋਫਾਈਲ ਕੀ ਹੁੰਦਾ ਵੀ ਇੱਕ ਸਿੰਪਲ ਫਾਈਲ ਹੈ, ਤੁਹਾਡੇ 6 each ਹੈ, 1 ਸਾਲ ਦੀ ਫੀਸ ਦੀ ਰਸੀਦ ਲੱਗੀ ਹੈ, ਤੁਹਾਡਾ ਮੈਡੀਕਲ ਲੱਗਿਆ ਹੋਇਆ, ਤੁਹਾਡਾ GIC ਦੀ ਰਸੀਦ ਲੱਗੀ ਹੋਈ ਹੈ, ਇਹ ਡਾਕੂਮੈਂਟੇਸ਼ਨ ਦੇ ਨਾਲ ਤੁਹਾਡੀ ਫਾਈਲ ਸਬਮਿਸ਼ਨ ਹੋ ਜਾਂਦੀ ਹੈ। ਇੱਕ ਨਾਨ SDS ਦੀ ਫਾਈਲ ਜਿਹੜੀ ਹੁੰਦੀ ਹੈ ਉਹਦੇ ਵਿੱਚ ਥੋੜ੍ਹੇ ਜਿਹੇ ਜ਼ਿਆਦਾ ਡਾਕੂਮੈਂਟੇਸ਼ਨ ਲੱਗਦੇ ਹੈਗੇ ਆ। ਸਾਨੂੰ SOP ਦੇ ਵਿੱਚ ਪ੍ਰੋਪਰ ਐਕਸਪਲੇਨ ਕਰਨਾ ਪੈਂਦਾ ਹੈਗਾ ਵੀ ਸਾਡਾ ਕਿਸ ਕੋਰਸ ਲਈ ਜਾ ਰਹੇ ਹਾਂ, ਕੀ ਸਾਡਾ ਪ੍ਰੋਫਾਈਲ ਹੈ। ਬਾਕੀ ਇਹ ਚੀਜ਼ ਆ ਵੀ ਨਾਨ SDS ਜਿਹੜੀ ਕੈਟਾਗਰੀ ਹੈ ਉਹਦੇ 'ਚ 1 ਸਾਲ ਦੀ ਫੀਸ ਭਰਨਾ ਮੈਂਡੇਟਰੀ ਨਹੀਂ ਹੁੰਦੀ, ਬਟ ਅਸੀਂ ਬੱਚਿਆਂ ਨੂੰ ਗਾਈਡ ਕਰਕੇ ਚੱਲਦੇ ਹਾਂ ਵੀ ਤੁਸੀਂ ਐਟਲੀਸਟ ਪੂਰੇ ਸਾਲ ਦੀ ਫੀਸ ਪੇ ਕਰੋ ਜਿਹਦੀ ਕਿ ਰਸੀਦ ਤੁਹਾਡੀ ਫਾਈਲ ਦੇ ਵਿੱਚ ਲੱਗਦੀ ਹੈ। ਜੀ, ਜਿਸ ਤਰ੍ਹਾਂ ਤੁਸੀਂ ਹੁਣੇ ਗੱਲ ਕੀਤੀ ਵੀ ਮੌਂਟਰੀਅਲ ਦੇ ਵਿੱਚ ਕਈ ਕਾਲਜਸ ਨੇ ਜਿਹੜੇ ਘੱਟ ਫੀਸ ਦੇ ਉੱਤੇ ਜਿਹੜਾ ਸਟੂਡੈਂਟ ਹੈ ਉਹਨੂੰ ਦਾਖਲਾ ਦਿੰਦੇ ਨੇ। ਉਹ ਕਾਲਜ ਜਿਹੜਾ ਇੱਕ ਏਰੀਆ ਵਾ ਰੈਜ਼ੀਡੈਂਸ਼ੀਅਲ ਏਰੀਆ ਉਹਦੇ ਨਾਲੋਂ ਹਟ ਕੇ ਨੇ ਜਾਂ ਫਿਰ ਉੱਥੋਂ ਦੀ ਗੌਰਮੈਂਟ ਨੇ ਕੁਝ ਇੱਦਾਂ ਦੀ ਪਲੈਨਿੰਗ ਕੀਤੀ ਹੈ ਜਾਂ ਫਿਰ ਉਹਦੇ ਵਿੱਚ ਕੁਝ ਡਿਗਰੀ ਡਿਪਲੋਮਾ ਜਿਹੜੇ ਸਿਲੈਕਟਿਵ ਉਹਦੇ ਵਿੱਚ ਹੈਗੇ ਨੇ ਵੀ ਸਟੂਡੈਂਟ ਉੱਥੇ ਜਾ ਸਕੇ? ਨਹੀਂ, ਇੱਦਾਂ ਦਾ ਕੁਝ ਨਹੀਂ ਹੈਗਾ ਜੀ ਵੀ ਕੋਈ ਸਿਲੈਕਟਡ ਏਰੀਆ। ਤਾਂ ਮੌਂਟਰੀਅਲ ਬਹੁਤ ਅੱਛੀ ਸਿਟੀ ਹੈਗੀ ਆ, ਪਾਪੂਲੇਟਡ ਸਿਟੀ। ਇੱਦਾਂ ਦਾ ਕੁਝ ਨਹੀਂ ਹੈਗਾ ਵੀ ਰੈਜ਼ੀਡੈਂਸ਼ੀਅਲ ਏਰੀਆ ਤਾਂ ਦੂਰ ਹੈ। ਮੌਂਟਰੀਅਲ ਦੇ ਵਿੱਚ ਨੰਬਰ ਆਫ ਕਾਲਜਸ ਹੈਗੇ ਆ ਜਿਨ੍ਹਾਂ ਦੇ ਵਿੱਚ ਫੀਸ ਸਟਰਕਚਰ ਅਫੋਰਡੇਬਲ ਹੈਗਾ। ਕਿਉਂਕਿ ਇੱਕ ਚੀਜ਼ ਹੈ ਵੀ ਮੌਂਟਰੀਅਲ ਜਿਹੜੀ ਕਿਊਬਿਕ ਸਟੇਟ ਆ, ਕਿਤੇ ਨਾ ਕਿਤੇ ਉਹਨਾਂ ਦੀ ਗਵਰਨਮੈਂਟ ਜਿਹੜੀ ਹੈ ਉਹ ਆਪਣੀਆਂ ਅਲੱਗ ਪਾਲਿਸੀਜ਼ ਲੈ ਕੇ ਚੱਲਦੀ ਹੈ। ਇੱਕ ਟਾਈਮ ਤੇ ਉਹਨਾਂ ਦਾ ਮਾਈਂਡ ਇਹ ਆ ਵੀ ਫਿਊਚਰ ਦੇ ਵਿੱਚ ਉਹਨਾਂ ਦਾ ਪਲਾਨ ਆ ਵੀ ਆਪਣੀ ਉਹਨਾਂ ਨੇ ਕੰਟਰੀ ਐਸਟੈਬਲਿਸ਼ ਕਰਨੀ ਹੈਗੀ ਹੈ, ਤਾਂ ਉਹ ਆਪਣੀਆਂ ਅਲੱਗ ਗਾਈਡਲਾਈਨ ਲੈ ਕੇ ਚੱਲਦੇ ਆ, ਆਪਣੀਆਂ ਅਲੱਗ ਪਾਲਿਸੀਜ਼ ਲੈ ਕੇ ਚੱਲਦੇ ਆ। ਜਿੰਨੇ ਵੀ ਬੱਚਿਆਂ ਨੇ ਮੌਂਟਰੀਅਲ ਅਪਲਾਈ ਕਰਨਾ ਹੁੰਦਾ ਉਹਨਾਂ ਦੀ ਸਟੇਟ ਗਵਰਨਮੈਂਟ ਤੋਂ ਅਲੱਗ ਤੋਂ ਅਪਰੂਵਲ ਲੈ ਕੇ ਚੱਲਣੀ ਪੈਂਦੀ ਹੈਗੀ ਆ। ਤਾਂ ਉਹਨਾਂ ਦੇ ਆਪਣੇ ਆਪਣੇ ਸਪੈਸੀਫਿਕ ਕ੍ਰਾਈਟੇਰੀਆ ਹੈਗਾ। ਤਾਂ ਮੌਂਟਰੀਅਲ ਦੀ ਜਿਹੜੀ ਗਵਰਨਮੈਂਟ ਹੈਗੀ ਆ ਉਹ ਆਪਣੇ ਅਲੱਗ ਪਾਲਿਸੀਜ਼ ਦੇ ਥਰੂ ਚੱਲਦੀ ਹੈ। ਜੀ, ਐਕਸਪਰਟ ਕੈਰੀਅਰ ਇਮੀਗ੍ਰੇਸ਼ਨ ਦੀ ਆਪਾਂ ਗੱਲ ਕਰੀਏ ਤਾਂ ਤੁਸੀਂ ਰਿਫਿਊਜ਼ਲ ਕੇਸਿਸ ਨੂੰ ਵੀ ਹੈਂਡਲ ਕਰਦੇ ਹੋ। ਕਿੰਨੇ ਰਿਫਿਊਜ਼ਲ ਕੇਸਿਸ ਜਿਹੜੇ ਨੇ, ਰੇਸ਼ੋ 2 ਜਾਂ 3 ਰਿਫਿਊਜ਼ਲ ਕੇਸਿਸ ਕਿੰਨਿਆਂ ਦਾ ਤੁਸੀਂ ਜਿਹੜਾ ਕੈਨੇਡਾ ਲਈ ਵੀਜ਼ਾ ਆ ਲਵਾ ਚੁੱਕੇ ਹੋ?
ਨਹੀਂ, ਜਿੱਥੋਂ ਤੱਕ ਵੀਜ਼ਾ ਲਗਵਾਉਣ ਦੀ ਗੱਲ ਹੈ ਜੀ, ਇਹ ਕੇਸ ਟੂ ਕੇਸ ਡਿਪੈਂਡ ਕਰਦਾ। ਸਾਡੇ ਕੋਲ ਨੰਬਰ ਆਫ ਰਿਫਿਊਜ਼ਲ ਕੇਸਿਸ ਆਉਂਦੇ ਆ, ਉਹਨਾਂ 'ਚ ਦੇਖਣਾ ਪੈਂਦਾ ਵੀ ਉਹਨਾਂ ਦੇ ਪ੍ਰੀਵੀਅਸ ਪ੍ਰੋਫਾਈਲ ਦੇ ਵਿੱਚ ਕਿਸ ਤਰ੍ਹਾਂ ਦੀ ਕੋਈ ਕਮੀ ਰਹਿ ਗਈ ਸੀ, ਉਹਨਾਂ ਨੂੰ ਕੋਈ ਕੋਰਸ ਗਲਤ ਦਿੱਤਾ ਗਿਆ ਸੀ, ਉਹਨਾਂ ਦੀ SOP ਦੇ ਵਿੱਚ ਉਹਨਾਂ ਦੇ ਪ੍ਰੋਫਾਈਲ ਬਾਰੇ ਅੱਛੇ ਤਰੀਕੇ ਨਾਲ ਐਕਸਪਲੇਨ ਨਹੀਂ ਕੀਤਾ ਗਿਆ ਵੀ ਉਹਨਾਂ ਦੀ ਫਾਈਲ ਦੇ ਵਿੱਚ ਕਮੀ ਕੀ ਰਹਿ ਗਈ ਹੈਗੀ ਆ, ਉਹ ਦੇਖਣੀ ਪੈਂਦੀ ਹੈ। ਕੁਛ ਤਾਂ ਸਾਨੂੰ ਉਹਨਾਂ ਦੀ ਆਫਰ ਲੈਟਰ, ਰਿਫਿਊਜ਼ਲ ਲੈਟਰ ਤੋਂ ਹੀ ਪਤਾ ਲੱਗ ਜਾਂਦਾ। ਜੇ ਕੋਈ ਕੇਸ ਜ਼ਿਆਦਾ ਕੰਪਲੀਕੇਟਡ ਹੈ, ਉਹਨਾਂ ਦੇ ਲਈ ਕੇਪਸ ਨੋਟ ਦੀ ਆਪਸ਼ਨ ਹੁੰਦੀ ਹੈ ਵੀ ਸਾਨੂੰ ਕੇਪਸ ਨੋਟ ਅਪਲਾਈ ਕਰਨੇ ਪੈਂਦੇ ਹੈਗੇ ਆ। ਉਹ 'ਚ ਤਕਰੀਬਨ 4 ਤੋਂ 6 ਹਫ਼ਤੇ ਦੇ ਵਿੱਚ ਉਹ ਨੋਟ ਸਾਡੇ ਕੋਲੇ ਆ ਜਾਂਦੇ ਆ। ਉਹਦੇ 'ਚ ਸਾਨੂੰ ਕਾਫੀ ਚੀਜ਼ਾਂ ਪਤਾ ਚੱਲ ਜਾਂਦੀਆਂ ਵੀ ਬੱਚੇ ਦੇ ਕੇਸ ਦੇ ਵਿੱਚ ਕੀ ਦਿੱਕਤ ਹੈਗੀ ਹੈ, ਕਿਸ ਵਜ੍ਹਾ ਕਰਕੇ ਇਸ ਬੱਚੇ ਦਾ ਕੇਸ ਰਿਫਿਊਜ਼ ਹੋਇਆ ਹੈਗਾ। ਉਹਦੇ ਅਕੋਰਡਿੰਗਲੀ ਸਾਡੀ ਜਿਹੜੀ ਐਕਸਪਰਟ ਫਾਈਲਿੰਗ ਟੀਮ ਹੈ ਉਸ ਕੇਸ ਨੂੰ ਦੁਬਾਰਾ ਤਿਆਰ ਕਰਦੀ ਹੈਗੀ ਹੈ। ਇਮੀਗ੍ਰੇਸ਼ਨ ਦੇ ਵਕੀਲ ਜਿਹੜੇ ਸਾਡੇ ਨਾਲ ਪੈਨਲ ਤੇ ਜੁੜੇ ਹੋਏ ਆ, ਉਹਨਾਂ ਦੀ ਜਿੱਥੇ ਸਾਨੂੰ ਕੋਈ ਐਕਸਪਰਟ ਗਾਈਡੈਂਸ ਦੀ ਜ਼ਰੂਰਤ ਹੁੰਦੀ ਹੈ, ਉਹਨਾਂ ਕੇਸਾਂ ਦੇ ਸੰਬੰਧ 'ਚ ਲਈ ਜਾਂਦੀ ਹੈ ਤੇ ਕੋਸ਼ਿਸ਼ ਕੀਤੀ ਜਾਂਦੀ ਹੈ ਵੀ ਜਿਹੜਾ ਵੀ ਬੱਚਾ ਸਾਡੇ ਕੋਲੇ ਚਾਹੇ ਫਸਟ ਟਾਈਮ ਅਪਲਾਈ ਕਰ ਰਿਹਾ ਜਾਂ ਕਿਤੋਂ ਰਿਫਿਊਜ਼ਲ, ਇੱਕ ਵਾਰੀ ਰਿਫਿਊਜ਼ਲ ਲੈ ਕੇ ਆਇਆ, 2 ਵਾਰੀ ਰਿਫਿਊਜ਼ਲ ਲੈ ਕੇ ਆਇਆ, ਤੇ ਹਰ ਤਰ੍ਹਾਂ ਦੇ ਕੇਸਿਸ ਨੂੰ ਬਹੁਤ ਚੰਗੇ ਤਰੀਕੇ ਨਾਲ ਐਮਬੈਸੀ ਦੇ ਵਿੱਚ ਰੀਪ੍ਰੈਜ਼ੈਂਟ ਕੀਤਾ ਜਾਵੇ। SOP ਦੀ ਤੁਸੀਂ ਗੱਲ ਕੀਤੀ, SOP ਨੂੰ ਜੇਕਰ ਆਪਾਂ ਘੱਟ ਸ਼ਬਦਾਂ 'ਚ ਇਲੈਬੋਰੇਟ ਕਰ ਦਈਏ ਤਾਂ ਕਿ ਦਰਸ਼ਕਾਂ ਦੀ ਥੋੜ੍ਹੀ ਜਿਹੀ ਹੈਲਪ ਹੋ ਜੂਗੀ। ਸਟੂਡੈਂਟ ਜਿਹੜੇ ਆ ਹੁਣ ਕਿਹੜੀ ਖਾਸ ਗੱਲ ਦਾ ਧਿਆਨ ਰੱਖਣ SOP ਨੂੰ ਲੈ ਕੇ, ਕਿੱਦਾਂ ਦੀ ਉਹਨਾਂ ਨੂੰ ਇਨਫੋਰਮੇਸ਼ਨ ਜਿਹੜੀ ਉਹਦੇ 'ਚ ਐਡ ਕਰਨੀ ਚਾਹੀਦੀ ਹੈ? ਜਿੱਥੋਂ ਤੱਕ SOP ਦੀ ਗੱਲਬਾਤ ਹੈ, ਫਸਟ ਆਫ ਆਲ ਤਾਂ ਬੱਚੇ ਨੂੰ ਪਰਸਨਲ ਖੁਦ ਇੰਟਰਸਟ ਲੈਣਾ ਚਾਹੀਦਾ ਵੀ ਇਹ SOP ਮੇਰੀ ਕਿਸ ਤਰ੍ਹਾਂ ਤਿਆਰ ਕੀਤੀ ਜਾ ਰਹੀ ਹੈਗੀ ਹੈ। ਸਾਡੀ ਜਿਹੜੀ ਐਕਸਪਰਟ ਟੀਮ ਹੈ ਉਹਦੇ ਨਾਲ ਅਸੀਂ ਰੈਗੂਲਰ ਇੰਟਰੈਕਸ਼ਨ ਕਰਦੇ ਹਾਂ ਬੱਚੇ ਦੇ ਨਾਲ। ਪਹਿਲਾਂ ਬੱਚੇ ਨੂੰ ਟਾਈਮ ਦਿੱਤਾ ਜਾਂਦਾ ਵੀ ਤੁਸੀਂ ਆਪਣੇ ਵੱਲੋਂ ਆਪਣੇ ਵਿਊਜ਼ ਰੱਖੋ ਇਸ ਵੀ ਤੁਸੀਂ ਇਸ ਕਾਲਜ ਦੇ ਵਿੱਚ, ਇਸ ਕੋਰਸ ਦੇ ਵਿੱਚ ਜਾਂ ਕੈਨੇਡਾ ਕੰਟਰੀ ਦੇ ਵਿੱਚ ਵੀਜ਼ਾ ਕਿਉਂ ਅਪਲਾਈ ਕਰ ਰਹੇ ਹੋ। ਜਿਹੜੇ ਬੱਚੇ ਦੇ ਵਿਊਜ਼ ਹੁੰਦੇ ਆ ਫਿਰ ਉਹਨਾਂ ਨੂੰ ਪੋਲਿਸ਼ ਕਰਕੇ ਉਹਨਾਂ ਦੇ ਵਿੱਚ ਅਸੀਂ ਆਪਣੇ ਵੱਲੋਂ ਕੁਛ ਨਾ ਕੁਛ ਐਡ ਆਨ ਕਰਕੇ 2 ਜਾਂ 3 ਵਾਰ ਬੱਚੇ ਤੋਂ ਉਹ ਚੀਜ਼ SOP ਤਿਆਰ ਕਰਵਾਈ ਜਾਂਦੀ ਹੈ ਵੀ ਇੱਕ ਫਾਈਨਲ ਪੁਆਇੰਟ ਆਫ ਵਿਊ ਬੱਚਾ ਆਪਣੇ ਆਪ ਨੂੰ ਐਕਸਪਲੇਨ ਕਰ ਸਕੇ ਵੀਜ਼ਾ ਅਫਸਰ ਕੋਲੇ ਵੀ ਮੈਂ ਇਸ ਕੰਟਰੀ ਦੇ ਵਿੱਚ, ਇਸ ਕਾਲਜ ਦੇ ਵਿੱਚ, ਇਸ ਕੋਰਸ ਦੇ ਵਿੱਚ ਕਿਉਂ ਦਾਖਲਾ ਲੈ ਰਿਹਾ ਤੇ ਇਹ ਕੋਰਸ ਕਰਕੇ ਮੈਨੂੰ ਫਿਊਚਰ ਦੇ ਵਿੱਚ ਕਿਸ ਤਰ੍ਹਾਂ ਦੇ ਬੈਨੀਫਿਟਸ ਹੋਣਗੇ, ਇਸ ਕੋਰਸ ਦੀ ਕੀ ਆਊਟਕਮ ਨਿਕਲੂਗੀ। ਜੋ ਸਾਰੀਆਂ ਚੀਜ਼ਾਂ ਬੱਚਾ ਇੱਕ ਅੱਛੇ ਤਰੀਕੇ ਨਾਲ ਵੀਜ਼ਾ ਅਫਸਰ ਕੋਲੇ ਐਕਸਪਲੇਨ ਕਰ ਰਿਹਾ ਤੇ ਵੀਜ਼ਾ ਅਫਸਰ ਵੀ ਉਹਨੂੰ ਆਪਣੇ ਪੋਜ਼ਿਟਿਵ ਤਰੀਕੇ ਨਾਲ ਦੇਖ ਰਿਹਾ ਤਾਂ ਬੱਚੇ ਦਾ ਵੀਜ਼ਾ ਦੇ ਸਕਸੈਸ ਰੇਟ ਬਹੁਤ ਵੱਧ ਜਾਂਦਾ ਹੈ। ਜੇਕਰ ਆਪਾਂ ਸਟੱਡੀ ਡੈਸਟੀਨੇਸ਼ਨ ਦੀ ਗੱਲ ਕਰੀਏ ਤਾਂ ਅੱਜ ਤੋਂ ਕੁਝ ਟਾਈਮ ਪਹਿਲਾਂ ਸਟੂਡੈਂਟ ਟੋਰਾਂਟੋ ਔਰ ਵੈਨਕੂਵਰ ਜਾ ਕੇ ਜ਼ਿਆਦਾ ਖੁਸ਼ ਸੀਗਾ। ਹੁਣ ਵੀ ਸਟੂਡੈਂਟ ਦੀ ਪਹਿਲੀ ਚੋਇਸ, ਕਿਉਂਕਿ ਆਪਣੇ ਜਿਹੜਾ ਇੱਥੋਂ ਦਾ ਇੰਡੀਆ ਦਾ, ਪੰਜਾਬ ਦਾ ਜਿਹੜਾ ਖਾਸ ਮਾਹੌਲ ਚੱਲ ਰਿਹਾ, ਹਰ ਘਰ 'ਚੋਂ ਕੋਈ ਨਾ ਕੋਈ ਫੈਮਿਲੀ ਮੈਂਬਰ ਬਾਹਰ ਹੈਗਾ, ਕਿਸੇ ਦਾ ਦੋਸਤ ਮਿੱਤਰ ਪਰਿਵਾਰਿਕ ਸਦੱਸਿਆ, ਉਹ ਜ਼ਿਆਦਾ ਉੱਧਰਲੀ ਸਾਈਡ ਹੀ ਰਹਿੰਦੇ ਨੇ। ਅਤੇ ਲੇਕਿਨ ਜਿਹੜੇ ਵੀਜ਼ਾ ਐਕਸਪਰਟਸ ਨੇ ਉਹ ਕਿਊਬਿਕ ਦੀ ਜਾਂ ਕਿਸੇ ਹੋਰ ਜਗ੍ਹਾ ਦੀ, ਕਿਸੇ ਹੋਰ ਸਟੇਟ ਲਈ ਪ੍ਰੈਫਰ ਕਰਦੇ ਨੇ। ਬੈਨੀਫਿਸ਼ੀਅਲ ਆ ਜਾਂ ਫਿਰ ਇਹਦੇ ਵਿੱਚ ਐਕਸਪਰਟਸ ਨੂੰ ਕੋਈ ਫਾਇਦਾ ਹੁੰਦਾ ਆ? ਨਹੀਂ, ਇੱਦਾਂ ਦਾ ਕੁਛ ਨਹੀਂ ਹੈ। ਇਹਦੇ 'ਚ PR ਦਾ ਪੁਆਇੰਟ ਆਫ ਵਿਊ ਹੈ ਜੀ। ਕਾਫੀ ਅਸੀਂ ਵੀ ਬੱਚਿਆਂ ਨੂੰ ਗਾਈਡ ਕਰਦੇ ਹਾਂ ਵੀ ਤੁਸੀਂ ਜਿਹੜੇ ਪੁਰਾਣੇ ਏਰੀਆਸ ਹੈ, ਟੋਰਾਂਟੋ, ਬਰੈਂਪਟਨ ਹੋ ਗਿਆ, ਵੈਨਕੂਵਰ ਹੋ ਗਿਆ, ਵੀ ਇਹਨਾਂ ਤੋਂ ਦੂਸਰੀ ਸਿਟੀਜ਼ ਦੇ ਵਿੱਚ ਬਹੁਤ ਅੱਛੀਆਂ ਆਪਸ਼ਨਸ ਹੈਗੀਆਂ ਐਕਸਪਲੋਰ ਕਰਨ ਦੇ ਲਈ। ਬਹੁਤ ਅੱਛੇ ਕਾਲਜਸ ਹੈਗੇ ਆ, ਉਹਨਾਂ ਦੇ ਵਿੱਚ ਜਾਓ। ਉਹਨਾਂ 'ਚ ਫਿਰ ਇਨ ਫਿਊਚਰ PR ਦੀ ਵੀ ਬਹੁਤ ਅੱਛੀਆਂ ਓਪਰਚੁਨਿਟੀਜ਼ ਹੁੰਦੀਆਂ। ਸਾਡੇ ਕੋਲ ਕੋਈ ਵੀ ਸਟੂਡੈਂਟ ਆਉਂਦਾ ਅਸੀਂ ਉਹਨੂੰ ਹਰ ਚੀਜ਼ ਐਕਸਪਲੇਨ ਕਰਦੇ ਹਾਂ ਵੀ ਇੰਸਟੀਟਿਊਸ਼ਨਸ ਟੋਰਾਂਟੋ, ਬਰੈਂਪਟਨ ਜਾਂ ਇਹਨਾਂ ਸਿਟੀਜ਼ ਦੇ ਵਿੱਚ ਵੀ ਹੈਗੀਆਂ। ਇਸ ਤੋਂ ਇਲਾਵਾ ਤੁਹਾਡੇ ਕੋਲ ਮੌਂਟਰੀਅਲ ਦੀ ਵੀ ਆਪਸ਼ਨ ਹੈ। ਤੁਸੀਂ ਨੋਵਾ ਸਕੋਸ਼ੀਆ ਜਾਣਾ ਹੈ, ਨਿਊ ਬਰਾਊਨਸਵਿਕ ਜਾਣਾ ਹੈਗਾ, ਸਸਕੈਚੂਵਨ ਜਾਣਾ ਜਾਂ ਮੈਨੀਟੋਬਾ, ਵਿਨੀਪੈਗ ਜਾਣਾ ਹੈਗਾ, ਤਾਂ ਇਹਨਾਂ ਸਿਟੀਜ਼ ਦੇ ਵਿੱਚ ਵੀ ਬਹੁਤ ਅੱਛੇ ਕੋਰਸਿਸ ਹੈਗੇ ਆ ਜਿੱਥੇ ਤੁਹਾਡੇ ਲਈ PR ਦੀਆਂ ਆਪਸ਼ਨਸ ਵੀ ਬਹੁਤ ਅੱਛੀਆਂ ਹੈਗੀਆਂ। ਬੱਚੇ ਇੱਥੋਂ ਇਹ ਸੋਚ ਕੇ ਜਾਂਦੇ ਹੈਗੇ ਵੀ ਮੇਰਾ ਫਰੈਂਡ ਟੋਰਾਂਟੋ ਹੈਗਾ ਜੀ, ਮੇਰਾ ਫਰੈਂਡ ਮਿਸੀਸਾਗਾ ਹੈਗਾ, ਮੇਰਾ ਫਰੈਂਡ ਬਰੈਂਪਟਨ ਹੈ ਜਾਂ ਉਹ ਹੈਮਿਲਟਨ ਬੈਠਾ ਹੈਗਾ, ਜਾਂ ਜਿਹੜੇ ਕਾਲਜ ਦੇ ਵਿੱਚ ਮੇਰਾ ਫਰੈਂਡ ਹੈਗਾ ਜੀ ਉਹ ਜਾਰਜੀਅਨ ਕਾਲਜ ਦੇ ਵਿੱਚ ਹੈ, ਜਾਰਜ ਬਰਾਊਨ ਜਾਂ ਹੰਬਰ ਕਾਲਜ ਦੇ ਵਿੱਚ ਹੈ, ਤਾਂ ਮੈਂ ਸੇਮ ਕਾਲਜ ਦੇ ਵਿੱਚ ਹੀ ਜਾਣਾ ਹੈਗਾ। ਕਿਉਂਕਿ ਉਹਨਾਂ ਨੂੰ ਸਿਰਫ ਉਹੀ ਟਰੈਕ ਦਿਖ ਰਿਹਾ ਹੁੰਦਾ ਵੀ ਉਹ ਇਸ ਟਰੈਕ ਦੇ ਥਰੂ ਗਏ ਆ, ਉੱਥੇ ਸਾਡੇ ਲਈ ਚਲੋ ਜੀ ਰਿਹਾਇਸ਼ ਦਾ ਵੀ ਅਰੇਂਜਮੈਂਟ ਆ ਜਾਂ ਇਹ ਚੀਜ਼ਾਂ, ਇਹ ਡੈਫੀਨੇਟਲੀ ਇਹ ਚੀਜ਼ਾਂ ਉਹਨਾਂ ਨੂੰ ਸਹੂਲਤ ਪ੍ਰੋਵਾਈਡ ਕਰਦੀਆਂ। ਪਰ ਲੌਂਗ ਟਰਮ ਦੇ ਵਿੱਚ ਜਦੋਂ ਉਹ PR ਦੀ ਗੱਲ ਸੋਚਦੇ ਆ, ਜਦੋਂ ਬੱਚੇ ਸਾਡੇ ਕੋਲੋਂ ਜਾ ਕੇ ਡੀਪਲੀ ਇਹ ਚੀਜ਼ਾਂ ਪੁੱਛਦੇ ਆ ਤਾਂ ਅਸੀਂ ਉਹਨਾਂ ਨੂੰ ਦੱਸਦੇ ਹਾਂ ਵੀ ਦੂਸਰੀਆਂ ਸਟੇਟਸ ਦੇ ਵਿੱਚ ਤੁਹਾਡੇ ਲਈ ਫਿਊਚਰ ਦੇ ਵਿੱਚ PR ਦੀ ਜਿਹੜੀ ਆਪਸ਼ਨ ਆ ਉਹ ਈਜ਼ੀ ਹੈ। ਬੱਚਿਆਂ ਨੂੰ 2-3 ਸਾਲ ਬਾਅਦ ਇੱਥੇ ਸਟੱਡੀ ਕਰਕੇ ਵੀ ਟੋਰਾਂਟੋ, ਬਰੈਂਪਟਨ ਦੇ ਵਿੱਚੋਂ ਮੂਵ ਕਰਨਾ ਪੈਂਦਾ ਬੱਚਿਆਂ ਨੂੰ। ਕਿਉਂਕਿ ਜਿਹੜੇ ਬੱਚੇ +2 ਤੋਂ ਬਾਅਦ ਇਹਨਾਂ ਸਿਟੀਜ਼ ਦੇ ਵਿੱਚ ਜਾ ਰਹੇ ਆ, ਜਿੱਦਾਂ ਟੋਰਾਂਟੋ ਜਾਂ ਮੇਜਰ ਓਨਟਾਰੀਓ ਲਾ ਲਓ ਜਾਂ BC ਦੇ ਵਿੱਚ ਲਾ ਲਓ, ਤਾਂ ਜਿਹੜੇ ਬੱਚੇ +2 ਤੋਂ ਬਾਅਦ ਜਾ ਰਹੇ ਆ ਉਹਨਾਂ ਨੂੰ ਕਿਤੇ ਨਾ ਕਿਤੇ PR ਲੈਣ ਦੇ ਵਿੱਚ ਦਿੱਕਤ ਆਉਂਦੀ ਹੈ ਕਿਉਂਕਿ ਉਹਨਾਂ ਦੇ ਪੁਆਇੰਟ ਪੂਰੇ ਨਹੀਂ ਹੋ ਪਾਉਂਦੇਗੇ। ਜਿਹੜੇ ਗ੍ਰੈਜੂਏਸ਼ਨ ਤੋਂ ਬਾਅਦ ਜਾ ਰਹੇ ਹੈਗੇ ਆ ਉਹਨਾਂ ਲਈ ਇੰਨਾ ਕੋਈ ਇਸ਼ੂ ਹੈ ਨਹੀਂ ਗਾ, ਕਿਉਂਕਿ ਉਹਨਾਂ ਕੋਲ ਇੰਡੀਆ ਦੇ ਵਿੱਚ ਹੀ ਕੁਛ ਨਾ ਕੁਛ ਐਕਸਪੀਰੀਅੰਸ ਹੁੰਦਾ ਹੈਗਾ ਜਾਂ ਉਹਨਾਂ ਕੋਲ ਇੰਡੀਆ ਦੇ ਵਿੱਚ ਇੱਕ ਗ੍ਰੈਜੂਏਸ਼ਨ ਦੀ ਡਿਗਰੀ ਹੈਗੀ ਹੈ, ਤੇ ਉੱਥੇ ਜਾ ਕੇ ਕੋਈ ਨਾ ਕੋਈ ਡਿਪਲੋਮਾ ਕਰਕੇ 1-2 ਸਾਲ ਦਾ ਐਕਸਪੀਰੀਅੰਸ ਲੈ ਕੇ PR ਲਈ ਉਹਨਾਂ ਦੀ ਐਲੀਜੀਬਿਲਿਟੀ ਜਲਦੀ ਬਣ ਜਾਂਦੀ ਹੈ। ਬਟ ਜਿਹੜੇ +2 ਵਾਲੇ ਬੱਚੇ ਆ ਉਹਨਾਂ ਨੂੰ ਕਿਤੇ ਨਾ ਕਿਤੇ ਹੋਰ ਆਪਸ਼ਨਸ ਵੀ ਕਿਤੇ ਨਾ ਕਿਤੇ ਨਾਲ ਲੈ ਕੇ ਚੱਲਣੀਆਂ ਚਾਹੀਦੀਆਂ, ਕਿਉਂਕਿ ਉਹਨਾਂ ਲਈ ਇਨ ਫਿਊਚਰ PR ਲੈਣਾ ਦੂਸਰੀ ਸਟੇਟਸ ਦੇ ਵਿੱਚ ਕੰਪੈਰੇਟਿਵਲੀ ਟੋਰਾਂਟੋ, ਬਰੈਂਪਟਨ ਜਿਹੜੀਆਂ ਓਨਟਾਰੀਓ ਦੀਆਂ ਸਿਟੀਜ਼ ਹੈਗੀਆਂ ਜਾਂ ਬ੍ਰਿਟਿਸ਼ ਕੋਲੰਬੀਆ ਨਾਲੋਂ ਦੂਸਰੀਆਂ ਸਟੇਟਸ ਦੇ ਵਿੱਚ ਜ਼ਿਆਦਾ ਹੈ ਜੀ। ਨੰਬਰ ਸਕਰੀਨ ਦੇ ਉੱਤੇ ਡਿਸਪਲੇ ਹੋ ਰਿਹਾ, ਤੁਹਾਡੀ ਕੋਈ ਵੀ ਕੁਐਰੀ ਹੈ ਤਾਂ ਤੁਸੀਂ ਕਾਲ ਕਰਕੇ ਪੁੱਛ ਸਕਦੇ ਹੋ, ਟਾਈਮ ਲੈ ਸਕਦੇ ਹੋ। ਸਵਾਲ ਜਿਹੜੇ ਨੇ ਉਹ ਬਹੁਤ ਸਾਰੇ ਨੇ ਲੇਕਿਨ ਸਮਾਂ ਜਿਹੜਾ ਹੁੰਦਾ ਬੜਾ ਘੱਟ ਹੁੰਦਾ ਸਾਡੇ ਕੋਲ। PR ਦੀ ਤੁਸੀਂ ਹੁਣ ਗੱਲ ਕੀਤੀ, ਜਿਹੜੇ ਸਟੂਡੈਂਟ ਇੰਡੀਆ 'ਚ ਬੈਠੇ ਨੇ, ਗ੍ਰੈਜੂਏਸ਼ਨ ਕੀਤੀ ਆ, ਮਾਸਟਰ ਡਿਗਰੀ ਕੀਤੀ ਆ,
ਪਰ ਉਹਨਾਂ ਦੇ ਜਿਹੜੀ ਐਲੀਜੀਬਿਲਟੀ ਪੁਆਇੰਟਸ ਨੇ, PR ਪੁਆਇੰਟਸ ਨੇ, ਕੁਝ ਇੱਕ ਘੱਟ ਨੇ, ਜਰਨਲ ਸਾਲਸ ਵੀ ਕੀਤੀ ਹੋਈ ਆ, ਉਹਨਾਂ ਨੂੰ ਕੀ ਕਰਨਾ ਚਾਹੀਦਾ? ਉਹਨਾਂ ਵਾਸਤੇ ਕੋਈ ਰਸਤਾ ਬਣਦਾ ਪਿਆ ਵਾ? ਬਿਲਕੁਲ, ਸਾਡੇ ਕੋਲੇ ਕਾਫੀ ਇਨਕੁਆਇਰੀਜ਼ ਆਉਂਦੀਆਂ ਜਿਹੜੇ ਬੱਚੇ PR ਲਈ ਇੱਥੋਂ ਸੋਚ ਰਹੇ ਆ, ਪਰ ਕਿਸੇ ਨਾ ਕਿਸੇ ਕਾਰਨ ਕਰਕੇ ਉਹਨਾਂ ਦੇ ਪੁਆਇੰਟ ਨਹੀਂ ਪੂਰੇ ਹੁੰਦੇ। ਇੰਡੀਆ ਦੇ ਵਿੱਚ ਉਹਨਾਂ ਨੇ ਕੋਈ ਨਾ ਕੋਈ ਡਿਗਰੀ ਕੀਤੀ ਹੋਈ ਹੈ ਜਾਂ ਮਾਸਟਰ ਡਿਗਰੀ ਕੀਤੀ ਹੋਈ ਹੈ, 2-4-5 ਸਾਲ ਦਾ ਐਕਸਪੀਰੀਅੰਸ ਹੈ, IELTS ਵੀ ਉਹਨਾਂ ਨੇ ਜਰਨਲ ਦੇ ਵਿੱਚ ਕੀਤਾ, ਪਰ ਕਿਤੇ ਨਾ ਕਿਤੇ ਜਿਹੜਾ CRS ਸਕੋਰ ਆ ਉਹ ਮੈਚ ਨਹੀਂ ਕਰ ਪਾਉਂਦੇਗੇ। ਇਸ ਟਾਈਮ 472 471 ਦਾ ਸਕੋਰ ਚਾਹੀਦਾ, ਕਾਫੀ ਬੱਚਿਆਂ ਦੇ ਸਕੋਰ 440 450 ਦੇ ਵਿੱਚ ਰਹਿ ਜਾਂਦੇ ਆ। ਤਾਂ ਪਿਛਲੇ ਟਾਈਮ ਦੇ ਵਿੱਚ ਅਸੀਂ ਬਹੁਤ ਐਪਲੀਕੈਂਟਸ ਜਿਨ੍ਹਾਂ ਨੂੰ ਅਸੀਂ ਸਟੂਡੈਂਟ ਵੀਜ਼ਾ ਦੇ ਥਰੂ ਭੇਜਿਆ ਤੇ ਉਹਨਾਂ ਨੇ ਉੱਥੇ ਜਾ ਕੇ 1 ਸਾਲ ਦਾ ਕੋਰਸ ਕੰਪਲੀਟ ਕਰਕੇ 1 ਸਾਲ ਦਾ ਉੱਥੇ ਵਰਕ ਪਰਮਿਟ ਲੈ ਕੇ ਬਹੁਤ ਜਲਦੀ PR ਲਈ ਹੈ। ਤਾਂ ਉਹਨਾਂ ਐਪਲੀਕੈਂਟਸ ਲਈ ਵੀ ਜਿਹੜੇ ਇੱਥੇ PR ਲਈ ਸੋਚ ਰਹੇ ਆ, ਕਿਉਂਕਿ ਉਹਨਾਂ ਨੂੰ ਬਹੁਤ ਮਿਸਗਾਈਡ ਕੀਤਾ ਜਾਂਦਾ ਵੀ ਤੁਹਾਨੂੰ PNP ਦੇ ਥਰੂ PR ਮਿਲ ਜੂਗੀ ਜੀ, ਤੁਹਾਨੂੰ ਅਸੀਂ ਜੌਬ ਆਫਰ ਅਰੇਂਜ ਕਰਵਾ ਦਾਂਗੇ, ਤੁਹਾਨੂੰ ਇੱਥੋਂ ਇੰਪਲੋਇਮੈਂਟ ਲੈਟਰ ਮਿਲ ਜੂਗੀ ਜੀ। ਤੇ ਉਹਦੇ 'ਚ ਉਹ ਇੱਥੇ ਹੀ ਸਾਲ 2-2 ਸਾਲ ਹੋ ਗਏ ਇੱਥੇ ਟਾਈਮ ਖਰਾਬ ਕਰ ਰਹੇ ਆ। 5-5 7-7 ਵਾਰ ਉਹਨਾਂ ਨੇ IELTS ਕਰ ਲਿਆ ਹੈਗਾ। ਜਿੰਨਾ ਟਾਈਮ ਉਹ ਇੱਥੇ ਖਰਾਬ ਕਰ ਰਹੇ, ਇੰਨੀ ਦੇਰ ਦੇ ਵਿੱਚ ਉਹ ਕੈਨੇਡਾ ਦੇ ਵਿੱਚ ਜਾ ਕੇ ਸਾਲ ਦਾ ਕੋਰਸ ਕੰਪਲੀਟ ਕਰਕੇ ਤੇ ਇੰਨੀ ਜਲਦੀ ਉੱਥੇ ਜਾ ਕੇ PR ਲੈ ਸਕਦੇ, ਜਿੰਨਾ ਟਾਈਮ ਉਹਨਾਂ ਦਾ ਇੱਥੇ ਵੇਸਟ ਹੋ ਰਿਹਾ ਜੀ। ਕਈ ਦਰਸ਼ਕ ਨੇ ਜਿਹੜੇ ਜਿਨ੍ਹਾਂ ਦੇ ਦਿਲਾਂ 'ਚ ਸਵਾਲ ਸੀਗਾ, ਸੋ ਅੱਜ ਇਹ ਸਵਾਲ ਪੁੱਛ ਲਿਆ ਤੇ ਉਹ ਸਵਾਲ ਦਾ ਤੁਸੀਂ ਬੜਾ ਹੀ ਬਰੀਕੀ ਦੇ ਨਾਲ ਤੇ ਬੜੇ ਈਜ਼ੀਲੀ ਤਰੀਕੇ ਨਾਲ ਆਨਸਰ ਉਹਦਾ ਦੇ ਦਿੱਤਾ ਹੈ। ਕੋਰਸਾਂ ਦੀ ਜੇਕਰ ਆਪਾਂ ਗੱਲ ਕਰੀਏ ਤਾਂ +2 ਜਿਹੜੇ ਸਟੂਡੈਂਟ ਨੇ ਆਰਟਸ ਦੇ ਵਿੱਚ ਕੀਤੀ ਆ, ਕਿਸੇ ਨੇ ਕਾਮਰਸ 'ਚ ਕੀਤੀ ਆ, ਕਿਸੇ ਨੇ ਸਾਇੰਸ 'ਚ ਕੀਤੀ, ਕੋਈ BTech ਵਾਲਾ ਸਟੂਡੈਂਟ ਆ, ਕਿਹੜੀਆਂ ਖਾਸ ਗੱਲਾਂ ਦਾ ਉਹਨਾਂ ਨੂੰ ਧਿਆਨ ਰੱਖਣਾ ਚਾਹੀਦਾ? ਕਿਹੜੇ ਇਸ ਟਾਈਮ ਜਿਹੜੇ ਫਰੈਸ਼ ਕੋਰਸ ਨੇ ਜਿੱਥੇ ਉਹਨਾਂ ਨੂੰ ਸੀਟ ਜਿਹੜੀ ਆ ਉਹ ਜਲਦੀ ਮਿਲ ਸਕਦੀ ਆ? ਸਾਰੇ ਬੱਚਿਆਂ ਦੇ ਲਈ ਕੈਨੇਡਾ ਦੇ ਵਿੱਚ ਕੋਰਸਿਸ ਓਪਨ ਹੈਗੇ ਆ। ਜਿਹੜੇ ਆਰਟਸ ਵਾਲੇ ਜਾਂ ਕਮਰਸ ਵਾਲੇ ਬੱਚੇ ਹੈਗੇ ਆ ਉਹਨਾਂ ਲਈ ਹੌਸਪਿਟੈਲਿਟੀ ਮੈਨੇਜਮੈਂਟ ਹੋ ਗਿਆ, ਬਿਜ਼ਨਸ ਮੈਨੇਜਮੈਂਟ ਹੋ ਗਿਆ, ਫਾਈਨੈਂਸ਼ੀਅਲ ਮੈਨੇਜਮੈਂਟ ਹੋ ਗਿਆ, ਅਕਾਊਂਟਿੰਗ ਦੇ ਬਹੁਤ ਅੱਛੇ ਕੋਰਸਿਸ ਹੈਗੇ ਆ। ਸਪੈਸੀਫਿਕ ਆਰਟਸ ਵਾਲਿਆਂ ਲਈ ਹੌਸਪਿਟੈਲਿਟੀ ਹੋ ਗਿਆ, ਬਿਜ਼ਨਸ ਦੇ ਕੋਰਸਿਸ ਵੀ ਬੱਚੇ ਜਾ ਰਹੇ ਆ, ਇਵੈਂਟ ਮੈਨੇਜਮੈਂਟ ਦੇ ਕੋਰਸਿਸ ਹੈਗੇ ਆ। ਜਿੱਦਾਂ ਆਪਾਂ ਪਿੱਛੇ ਗੱਲ ਕਰ ਰਹੇ ਸੀ ਵੀ ਫੀਸ ਬਹੁਤ ਘੱਟ ਹੈਗੀ ਹੈ, ਤਾਂ ਇੱਦਾਂ ਹੀ ਮੌਂਟਰੀਅਲ ਦੇ ਵਿੱਚ ਇਵੈਂਟ ਮੈਨੇਜਮੈਂਟ ਦਾ ਕੋਰਸ ਹੈ ਜਿਹਦੀ ਤਕਰੀਬਨ ਫੀਸ 3.5 ਤੋਂ ਲੈ ਕੇ 4 ਲੱਖ ਰੁਪਏ 1 ਸਾਲ ਦੀ ਫੀਸ ਹੈ। ਇੱਦਾਂ ਬਹੁਤ ਘੱਟ ਫੀਸ ਦੇ ਵਿੱਚ ਵੀ ਬਹੁਤ ਅੱਛੇ ਕੋਰਸਿਸ ਹੈਗੇ ਆ। ਬਿਜ਼ਨਸ ਮੈਨੇਜਮੈਂਟ ਦਾ ਕੋਰਸ ਹੈ, ਤਕਰੀਬਨ ਉਹਦੀ 9500 ਕੈਨੇਡੀਅਨ ਡਾਲਰ 4.5 ਤੋਂ 5 ਲੱਖ ਰੁਪਏ ਦੇ ਵਿੱਚ ਫੀਸ ਹੈਗੀ ਆ। ਅਰਲੀ ਚਾਈਲਡ ਕੇਅਰ ਐਜੂਕੇਸ਼ਨ ਦਾ ਕੋਰਸ ਹੈ, ਜਿਹੜੇ ਬੱਚੇ ਮੈਡੀਕਲ ਦੇ ਨਾਲ ਰਿਲੇਟਡ ਹੈਗੇ ਆ ਉਹਨਾਂ ਲਈ ਹੈਲਥ ਕੇਅਰ ਅਸਿਸਟੈਂਟ ਦੇ ਮੈਡੀਕਲ ਵਾਲੇ ਬੱਚਿਆਂ ਲਈ ਕੋਰਸਿਸ ਹੈਗੇ ਆ। ਪਰਸਨਲ ਸਪੋਰਟ ਵਰਕਰ ਦਾ ਕੋਰਸਿਸ ਹੈਗੇ ਆ। ਇਸ ਤਰ੍ਹਾਂ ਜਿਹੜੇ ਨਾਨ ਮੈਡੀਕਲ ਵਾਲੇ ਬੱਚੇ ਹੈਗੇ ਆ ਉਹਨਾਂ ਲਈ ਕੰਪਿਊਟਰ ਸਾਇੰਸ ਦੇ ਬਹੁਤ ਅੱਛੇ ਕੋਰਸਿਸ ਹੈ, ਪ੍ਰੋਗਰਾਮਿੰਗ ਦੇ ਵਿੱਚ ਜਾ ਸਕਦੇ ਆ, ਡਾਟਾਬੇਸ ਐਡਮਿਨਿਸਟ੍ਰੇਸ਼ਨ ਦਾ ਕੋਰਸਿਸ ਹੈਗੇ ਆ। ਜਿਹੜੇ ਬੱਚੇ ਆਲਰੇਡੀ ਗ੍ਰੈਜੂਏਟ ਆ, ਜਿਨ੍ਹਾਂ ਨੇ ਇੱਥੇ BA ਕੀਤੀ ਹੈ, BCom ਕੀਤੀ ਹੈ, BBA ਕੀਤੀ ਹੈਗੀ ਆ, ਉਹਨਾਂ ਦੇ ਲਈ ਬਿਜ਼ਨਸ ਦੇ ਰਿਲੇਟਡ ਬਹੁਤ ਅੱਛੇ ਪੋਸਟ ਗ੍ਰੈਜੂਏਸ਼ਨ ਡਿਪਲੋਮਾ ਸੀਗੇ, ਜਿੱਦਾਂ ਗਲੋਬਲ ਬਿਜ਼ਨਸ ਮੈਨੇਜਮੈਂਟ ਦਾ ਕੋਰਸ ਹੈ, ਸਪਲਾਈ ਚੇਨ ਮੈਨੇਜਮੈਂਟ ਦੇ ਵਿੱਚ ਪੋਸਟ ਗ੍ਰੈਜੂਏਸ਼ਨ ਲੈਵਲ ਦਾ ਡਿਪਲੋਮਾ ਹੈਗਾ, ਇੰਟਰਨੈਸ਼ਨਲ ਬਿਜ਼ਨਸ ਮੈਨੇਜਮੈਂਟ ਦਾ ਬੱਚੇ ਕੋਰਸ ਕਰ ਸਕਦੇ ਆ। ਇੱਦਾਂ ਜਿਹੜੇ BTech ਤੇ BCA ਵਾਲੇ ਬੱਚੇ ਆ, ਜਿਹੜੇ ਕੰਪਿਊਟਰ ਸਾਇੰਸ ਦੇ ਵਿੱਚ ਉਹਨਾਂ ਨੇ ਜਾਂ BTech IT ਦੇ ਵਿੱਚ ਕੀਤੀ ਹੈਗੀ ਆ, ਤਾਂ ਜਿਹੜੇ ਕੰਪਿਊਟਰ ਦੇ ਰਿਲੇਟਡ ਜਾਂ IT ਦੇ ਫੀਲਡ ਦੇ ਬੱਚੇ ਉਹਨਾਂ ਲਈ ਬਹੁਤ ਅੱਛੇ ਪੋਸਟ ਗ੍ਰੈਜੂਏਸ਼ਨ ਲੈਵਲ ਦੇ ਪ੍ਰੋਜੈਕਟ ਮੈਨੇਜਮੈਂਟ ਦੇ ਕੋਰਸਿਸ ਹੈ, ਪ੍ਰੋਗਰਾਮਿੰਗ ਦੇ ਵਿੱਚ ਪੋਸਟ ਗ੍ਰੈਜੂਏਸ਼ਨ ਲੈਵਲ ਦੇ ਕੋਰਸਿਸ ਹੈਗੇ ਆ। ਤਾਂ ਬਹੁਤ ਵਾਈਡ ਕੋਰਸਿਸ ਦੀ ਕੈਨੇਡਾ ਦੇ ਵਿੱਚ ਆਪਸ਼ਨ ਹੈ। ਟੈਕਨੀਕਲ ਕੋਰਸਿਸ ਹੈਗੇ ਆ, ਬੱਚੇ ਮਕੈਨੀਕਲ ਦੇ ਰਿਲੇਟਡ ਕੋਰਸਿਸ ਕਰ ਸਕਦੇ ਆ, ਸਿਵਲ ਇੰਜੀਨੀਅਰਿੰਗ ਦੇ ਕੋਰਸਿਸ ਹੈਗੇ ਆ। ਤਾਂ ਹਰ ਤਰ੍ਹਾਂ ਦੇ ਕੋਰਸਿਸ ਦੀ ਆਪਸ਼ਨ ਕੈਨੇਡਾ ਦੇ ਵਿੱਚ ਹੈਗੀ ਆ। ਸਪੈਸੀਫਿਕ ਗ੍ਰੈਜੂਏਸ਼ਨ ਵਾਲੇ ਬੱਚੇ ਸਪੈਸੀਫਿਕ ਕੋਈ MBA ਕਰਨਾ ਚਾਹੁੰਦੇ ਹੈਗੇ ਆ, ਤੇ ਬਹੁਤ ਅੱਛੀਆਂ ਯੂਨੀਵਰਸਿਟੀਜ਼ ਹੈਗੀਆਂ ਜਿਨ੍ਹਾਂ ਦੇ ਵਿੱਚ MBA ਦੇ ਲਈ ਬੱਚੇ ਜਾ ਸਕਦੇ ਆ। ਜੀ, ਇਸ ਤੋਂ ਪਹਿਲਾਂ ਮੈਂ ਸਵਾਲ ਤੁਹਾਨੂੰ ਕੀਤਾ ਸੀ ਵੀ PR ਦੇ ਜਿਹਦੇ ਪੁਆਇੰਟਸ ਘੱਟ ਨੇ, ਤੁਸੀਂ ਉਹਦਾ ਮੈਨੂੰ ਜਵਾਬ ਦਿੱਤਾ ਕਿ 1 ਸਾਲ ਦਾ ਉਹ ਡਿਪਲੋਮਾ ਕਰ ਲੈਣ, ਡਿਪਲੋਮਾ ਤੋਂ ਬਾਅਦ ਉਹ ਵਰਕ ਪਰਮਿਟ ਤੇ ਆ ਜਾਣਗੇ, ਦੈਨ ਉਹ PR ਲਈ ਐਲੀਜੀਬਲ ਹੋ ਸਕਦੇ ਨੇ। ਜਿਹੜਾ ਬੰਦਾ +2 ਕਰਕੇ ਜਿਹੜਾ ਸਟੂਡੈਂਟ ਗਿਆ ਵਾ ਉਹਨੂੰ ਕਿੰਨੇ ਟਾਈਮ ਦਾ ਵਰਕ ਪਰਮਿਟ ਮਿਲਦਾ ਹੈ? ਉਹਦੇ ਵਾਸਤੇ ਵੀ ਕੁਝ ਇੱਦਾਂ ਦਾ ਰਾਹ ਹੈਗਾ ਹੈ ਕਿ 1 ਸਾਲ ਕੰਮ ਕਰਕੇ ਉਹਨੂੰ 1 ਸਾਲ ਦਾ ਵਰਕ ਐਕਸਪੀਰੀਅੰਸ ਮਿਲ ਜੇ, ਜਾਂ 2 ਸਾਲ ਕੰਮ ਕਰਕੇ ਉਹਨੂੰ 2 ਸਾਲ ਦਾ ਵਰਕ ਐਕਸਪੀਰੀਅੰਸ ਮਿਲ ਜੇ? ਜਿੱਥੇ ਤੱਕ +2 ਵਾਲੇ ਬੱਚਿਆਂ ਦੀ ਗੱਲਬਾਤ ਹੈਗੀ ਹੈ ਜੀ, ਉਹ 1 ਸਾਲ ਦਾ ਕੋਰਸ ਕਰਕੇ 1 ਸਾਲ ਦਾ ਵਰਕ ਪਰਮਿਟ ਵੀ ਲੈ ਸਕਦੇ ਆ, ਬਟ ਉਹ ਉਹਨਾਂ ਲਈ ਇਹ ਚੀਜ਼ ਹੈ ਵੀ ਫਿਊਚਰ ਦੇ ਲਈ PR ਦੇ ਲਈ ਉਹਨਾਂ ਲਈ ਥੋੜੀ ਜਿਹੀ ਇਸ਼ੂ ਹੈਗਾ। ਤਾਂ ਸਾਰੇ ਜਿਹੜੇ +2 ਵਾਲੇ ਬੱਚੇ ਉਹਨਾਂ ਨੂੰ ਅਸੀਂ ਇਹ ਗਾਈਡ ਕਰਦੇ ਵੀ ਐਟਲੀਸਟ ਤੁਸੀਂ 2 ਸਾਲ ਦਾ ਡਿਪਲੋਮਾ ਕਰੋ। ਜੇ ਇੰਡੀਆ 'ਚੋਂ ਤੁਹਾਨੂੰ 2 ਸਾਲ ਦਾ ਡਾਇਰੈਕਟ ਕੋਰਸ ਮਿਲ ਰਿਹਾ ਤਾਂ ਵੀ ਕੋਈ ਇਸ਼ੂ ਨਹੀਂ ਹੈਗਾ। ਜੇ 1 ਸਾਲ ਦਾ ਕੋਰਸ ਮਿਲਦਾ ਤਾਂ ਵੀ ਤੁਸੀਂ ਉੱਥੇ ਜਾ ਕੇ 1 ਸਾਲ ਦਾ ਹੋਰ ਕੋਰਸ ਕਰਕੇ ਐਟਲੀਸਟ 2 ਸਾਲ ਦਾ ਮਤਲਬ 2 ਸਾਲ ਨਹੀਂ ਹੁੰਦੇ, 2 ਸਾਲ ਦਾ ਮਤਲਬ 4 ਸਮੈਸਟਰ ਹੈ, ਜਿਹੜੇ ਕਿ 16 ਮਹੀਨਿਆਂ ਦੇ ਵਿੱਚ ਕੰਪਲੀਟ ਹੋ ਜਾਂਦੇ ਆ। 16 ਮਹੀਨੇ ਦੀ ਸਟੱਡੀ ਕਰਕੇ ਬੱਚੇ 3 ਸਾਲ ਦਾ ਵਰਕ ਪਰਮਿਟ ਲੈ ਲੈਂਦੇ ਆ। ਉਸ ਤੋਂ ਬਾਅਦ ਤੁਸੀਂ ਜੌਬ ਕਰਨੀ, ਆਪਣੇ ਫੀਲਡ ਦੇ ਰਿਲੇਟਡ ਐਕਸਪੀਰੀਅੰਸ ਲੈਣਾ ਹੈਗਾ। ਜਦੋਂ ਤੁਹਾਡੇ ਕੋਲੇ ਤਕਰੀਬਨ 1 ਸਾਲ ਦਾ ਐਕਸਪੀਰੀਅੰਸ ਆ ਜਾਂਦਾ ਤਾਂ ਫਿਰ ਉਸ ਤੋਂ ਬਾਅਦ ਪੁਆਇੰਟ ਆਉਂਦਾ ਵੀ ਤੁਸੀਂ ਅੱਗੇ PR ਅਪਲਾਈ ਕਰਨੀ ਹੈਗੀ ਆ। ਉੱਥੇ ਜਾ ਕੇ ਫਿਰ ਉਹੀ ਪੁਆਇੰਟ ਆ ਜਾਂਦਾ ਜਿੱਦਾਂ ਆਪਾਂ ਪਹਿਲਾਂ ਡਿਸਕਸ ਕੀਤਾ ਜੀ ਵੀ ਟੋਰਾਂਟੋ, ਬਰੈਂਪਟਨ ਦੇ ਵਿੱਚ ਰੈਗੂਲਰ ਬੱਚੇ ਜਾ ਰਹੇ ਆ। ਤਾਂ ਇਹ ਜਿਹੜੇ +2 ਵਾਲੇ ਬੱਚੇ ਫਿਰ ਜਦੋਂ ਵਰਕ ਪਰਮਿਟ ਤੇ ਆਉਂਦੇ ਆ ਫਿਰ ਸੋਚਦੇ ਆ ਵੀ ਟੋਰਾਂਟੋ, ਬਰੈਂਪਟਨ ਦੇ ਵਿੱਚ PR ਲੈਣੀ ਸਾਨੂੰ ਥੋੜੀ ਜਿਹਾ ਇਸ਼ੂ ਹੈ। ਤਾਂ ਉਦੋਂ ਇਹ ਪੁਆਇੰਟ ਉਸ ਟਾਈਮ ਤੇ ਜਾ ਕੇ ਬੱਚੇ ਸੋਚਦੇ, ਇੱਥੋਂ ਨਹੀਂ ਇਹ ਪੁਆਇੰਟ ਸੋਚਦੇਗੇ। ਤਾਂ ਇੱਥੋਂ ਅਸੀਂ ਬੱਚਿਆਂ ਨੂੰ ਫਿਰ ਗਾਈਡ ਕਰਕੇ ਚੱਲਦੇ ਹੁੰਦੇ ਵੀ ਪਹਿਲਾਂ ਹੀ ਤੁਸੀਂ ਥੋੜਾ ਜਿਹਾ ਵੀ ਕੁਝ ਹੋਰ ਸਟੇਟਸ ਦੇ ਵਿੱਚ ਮੂਵ ਕਰੋ ਜਿਨ੍ਹਾਂ ਦੇ ਵਿੱਚ ਤੁਹਾਨੂੰ ਅੱਗੇ ਜਾ ਕੇ ਮੂਵ ਨਾ ਕਰਨਾ ਪਵੇ PR ਲਈ। ਜੀ।
ਜੇਕਰ ਸਪਾਊਸ ਦੀ ਗੱਲ ਕਰੀਏ ਤਾਂ ਕਈ ਐਸੇ ਸਪਾਊਸ ਕੇਸਿਸ ਨੇ ਉਹਨਾਂ ਦਾ ਪਾਰਟਨਰ ਇਸ ਟਾਈਮ ਕੈਨੇਡਾ ਬੈਠਾ ਆ, ਇੱਕ ਪਾਰਟਨਰ ਇੱਥੇ ਇੰਡੀਆ ਦੇ ਵਿੱਚ ਸਟਕ ਹੋਇਆ ਪਿਆ ਆ, ਉਹਨਾਂ ਨੂੰ ਲੈ ਕੇ ਕੋਈ ਅਪਡੇਟ ਹੈਗੀ ਆ, ਕੁਝ ਰੂਲਸ ਦੇ ਵਿੱਚ ਤਬਦੀਲੀ ਹੈਗੀ ਆ, ਉਹ ਕਦੋਂ ਤੱਕ ਜਿਹੜੇ ਪਾਰਟਨਰ ਨੇ ਕਦੋਂ ਤੱਕ ਫਲਾਈ ਕਰਨਗੇ, ਕਿ ਉਹਦਾ ਕੀ ਪ੍ਰੋਸੈਸ ਹੈਗਾ ਆ? ਜਦੋਂ ਤੱਕ ਸਪਾਊਸ ਓਪਨ ਵਰਕ ਪਰਮਿਟ ਦੀ ਐਪਲੀਕੇਸ਼ਨਸ ਦੀ ਗੱਲਬਾਤ ਹੈ ਤਾਂ ਰੈਗੂਲਰ ਐਪਲੀਕੇਸ਼ਨਸ ਲੱਗ ਰਹੀਆਂ ਹੈਗੀਆਂ। ਸਿਰਫ ਦਿੱਕਤ ਇਹ ਆ ਰਹੀ ਸੀ ਵੀ ਹਜੇ ਤੱਕ ਉਹਨਾਂ ਦੇ VFS ਓਪਨ ਨਾ ਹੋਣ ਕਰਕੇ ਬਾਇਓਮੈਟ੍ਰਿਕ ਦੀ ਅਪਾਇੰਟਮੈਂਟਸ ਨਹੀਂ ਮਿਲ ਰਹੀ, ਤਾਂ ਜਿਹੜੀਆਂ ਐਪਲੀਕੇਸ਼ਨਸ ਦੀ ਹਜੇ ਬਾਇਓਮੈਟ੍ਰਿਕ ਦੀ ਅਪਾਇੰਟਮੈਂਟ ਨਹੀਂ ਮਿਲੀ, ਉਹਨਾਂ ਐਪਲੀਕੇਸ਼ਨਸ ਦੇ ਰਿਜ਼ਲਟ ਥੋੜੇ ਜਿਹੇ ਡਿਲੇ ਹੈ। ਅਦਰਵਾਈਜ਼ ਜਿਹੜੀਆਂ ਨਵੀਆਂ ਐਪਲੀਕੇਸ਼ਨਸ ਲੱਗੀਆਂ ਉਹਨਾਂ ਦੇ ਵਿੱਚ ਕੋਈ ਇਸ਼ੂ ਹੈ ਨਹੀਂਗਾ, ਕਿਉਂਕਿ ਹੁਣ ਸਟੂਡੈਂਟਸ ਲਈ ਵੀ ਬਾਇਓਮੈਟ੍ਰਿਕ ਓਪਨ ਹੋ ਗਏ ਆ, ਤਾਂ ਬਹੁਤ ਜਲਦੀ ਜਿਹੜੇ ਸਪਾਊਸ ਵਾਲੇ ਓਪਨ ਵਰਕ ਪਰਮਿਟ ਦੀ ਐਪਲੀਕੇਸ਼ਨ ਆ ਉਹਨਾਂ ਦੇ ਵੀ ਬਾਇਓਮੈਟ੍ਰਿਕ ਓਪਨ ਹੋ ਜਾਣੇ। ਐਪਲੀਕੇਸ਼ਨਸ ਪਹਿਲਾਂ ਵੀ ਲੱਗ ਰਹੀਆਂ ਜਿਨ੍ਹਾਂ ਦੇ ਆਲਰੇਡੀ ਬਾਇਓਮੈਟ੍ਰਿਕ ਡਨ ਹੋ ਗਏ ਸੀਗੇ, ਉਹਨਾਂ ਦੇ ਸਾਡੇ ਕੋਲੇ ਰੈਗੂਲਰ ਸਪਾਊਸ ਓਪਨ ਵਰਕ ਪਰਮਿਟ ਦੇ ਵੀ ਵੀਜ਼ਾਸ ਆ ਰਹੇ ਹੈਗੇ। ਕੁਲਵਿੰਦਰ ਜੀ, ਤੁਹਾਡਾ ਜਿਹੜਾ ਇਮੀਗ੍ਰੇਸ਼ਨ ਹੈ ਇਹਦੇ ਵੱਲੋਂ ਜਿਹੜੇ ਸਟੂਡੈਂਟਸ ਨੇ, ਕਲਾਇੰਟ ਨੇ, ਇਹਨਾਂ ਨੂੰ ਕੋਈ ਪੈਕੇਜ ਪ੍ਰੋਵਾਈਡ ਕੀਤਾ ਜਾਂਦਾ ਆ? ਕੀ ਉਹਦਾ ਤੁਸੀਂ ਦਾਇਰਾ ਰੱਖਿਆ ਕਿ ਇਹਨਾਂ ਨੂੰ ਤੁਸੀਂ ਪੈਕੇਜ ਦਿੰਦੇ ਹੋ? ਇੱਦਾਂ ਦਾ ਕੋਈ ਦਾਇਰਾ ਨਹੀਂ ਹੈਗਾ, ਇਹ ਸਟੂਡੈਂਟ ਤੇ ਡਿਪੈਂਡ ਕਰਦਾ ਹੈਗਾ, ਸਟੂਡੈਂਟ ਦੇ ਪ੍ਰੋਫਾਈਲ ਤੇ ਡਿਪੈਂਡ ਕਰਦਾ ਹੈਗਾ। ਕੁਝ ਸਟੂਡੈਂਟਸ ਦੀ ਸਪੈਸੀਫਿਕ ਚੁਆਇਸ ਹੁੰਦੀ ਹੈ ਵੀ ਅਸੀਂ ਪੈਸੇ ਵੀਜ਼ਾ ਤੋਂ ਬਾਅਦ ਦੇਣੇ ਹੈਗੇ ਜਾਂ ਅਸੀਂ ਕੋਈ ਪੈਕੇਜ ਲੈਣਾ ਹੈਗਾ ਜੀ, ਇਹ ਚੀਜ਼ ਹੈ। ਤਾਂ ਜੋ ਵੀ ਸਟੂਡੈਂਟ ਨੂੰ ਕਿਸ ਤਰ੍ਹਾਂ ਦੀ ਸਰਵਿਸ ਚਾਹੀਦੀ ਹੈ ਤਾਂ ਸਾਡੇ ਕੋਲੇ ਦੋਨੋਂ ਤਰ੍ਹਾਂ ਦੀ ਆਪਸ਼ਨਸ ਅਵੇਲੇਬਲ ਹੈ। ਤੁਸੀਂ ਜੇ ਸਟੈਪ ਬਾਏ ਸਟੈਪ ਪ੍ਰੋਸੈਸ ਦੇ ਵਿੱਚ ਆਪਣੀਆਂ ਫੀਸਾਂ ਖੁਦ ਪੇ ਕਰਨੀਆਂ ਤਾਂ ਖੁਦ ਵੀ ਪੇ ਕਰ ਸਕਦੇ ਹੋ। ਜੇ ਤੁਸੀਂ ਕੋਈ ਸਾਡੇ ਤੋਂ ਕੋਈ ਆਫਟਰ ਵੀਜ਼ਾ ਪੈਕੇਜ ਲੈਣਾ ਤਾਂ ਤੁਸੀਂ ਉਹ ਵੀ ਲੈ ਸਕਦੇ ਹੋ। ਸਪੈਸੀਫਿਕ ਆਪਾਂ ਸਪਾਊਸ ਵਰਕ ਪਰਮਿਟ ਦੀ ਗੱਲ ਕੀਤੀ ਸੀ, ਤਾਂ ਉਹਨਾਂ ਕੇਸਿਸ ਦੇ ਵਿੱਚ ਵੀ ਸਾਡੇ ਕੋਲੇ ਆਪਸ਼ਨ ਹੈਗੀ ਹੈ ਵੀ ਸਾਰੇ ਜਿਹੜੇ ਬੱਚੇ ਸਪਾਊਸ ਓਪਨ ਵਰਕ ਪਰਮਿਟ ਵਾਲੇ ਹੈਗੇ ਆ ਉਹ ਸਾਨੂੰ ਜਿਹੜੀ ਸਾਡੀ ਕੰਸਲਟੈਂਸੀ ਫੀਸ ਹੈ, ਫਾਈਲ ਦੀ ਫੀਸ ਹੈ, ਉਹ ਵੀਜ਼ਾ ਤੋਂ ਬਾਅਦ ਪੇ ਕਰ ਸਕਦੇ ਆ। ਜਦੋਂ ਅਸੀਂ ਤੁਹਾਡੇ ਹੋਰ ਪੇਜ ਦੇ ਉੱਤੇ ਤੁਹਾਡੀ ਕੁਐਰੀ ਕਰਦੇ ਹਾਂ, ਉੱਥੇ ਤੁਸੀਂ ਨੈਨੀ ਵੀਜ਼ਾ ਨੂੰ ਲੈ ਕੇ ਕਈ ਅਪਡੇਟਸ ਦਿੰਦੇ ਹੋ। ਅਸੀਂ ਚਾਹੁੰਦੇ ਹਾਂ ਵੀ ਸਾਡੇ ਦਰਸ਼ਕਾਂ ਦੇ ਨਾਲ ਉਹ ਅਪਡੇਟ ਤੁਸੀਂ ਸਾਂਝੀ ਕਰੋ, ਨੈਨੀ ਨੂੰ ਲੈ ਕੇ ਜੋ ਅਪਡੇਟ ਆ। ਬਿਲਕੁਲ, ਸਾਡੀ ਕੰਪਨੀ ਵੱਲੋਂ ਨੈਨੀ ਕੇਅਰ ਗਿਵਰ ਦਾ ਪ੍ਰੋਗਰਾਮ ਡੀਲ ਕੀਤਾ ਜਾਂਦਾ ਵੀ ਪਹਿਲਾਂ ਪਿਛਲੇ ਟਾਈਮ ਦੇ ਵਿੱਚ ਸੀਗਾ ਵੀ ਬੱਚੇ ਇੰਡੀਆ ਦੇ ਵਿੱਚ 6 ਤੋਂ 8 ਮਹੀਨੇ ਦਾ ਨੈਨੀ ਦਾ ਕੋਰਸ ਕਰਦੇ ਸੀ, ਫਿਰ ਇੰਡੀਆ ਤੋਂ ਹੀ ਵਰਕ ਪਰਮਿਟ ਅਪਲਾਈ ਕੀਤਾ ਜਾਂਦਾ ਸੀ। ਹੁਣ ਜਿਹੜਾ ਅਸੀਂ ਰੀਸੈਂਟ ਇਹ ਕੋਰਸ ਸਟਾਰਟ ਕੀਤਾ ਵੀ ਬੱਚੇ ਕੈਨੇਡਾ ਦੇ ਵਿੱਚ ਹੀ ਜਾ ਕੇ ਇਹ ਕੋਰਸ ਕੰਪਲੀਟ ਕਰਨ, ਜਿਹਦੇ ਵਿੱਚ ਦੋ ਤਰ੍ਹਾਂ ਦੇ ਕੋਰਸਿਸ ਹੈ ਵੀ ਇੱਕ ਤਾਂ ਛੋਟੇ ਬੱਚਿਆਂ ਨੂੰ ਸੰਭਾਲਣ ਦੇ ਲਈ ਅਰਲੀ ਚਾਈਲਡ ਕੇਅਰ ਦਾ ਕੋਰਸ ਹੈ, ਬਜ਼ੁਰਗਾਂ ਨੂੰ ਸੰਭਾਲਣ ਦੇ ਲਈ 올ਡ ਏਜ ਕੇਅਰ ਦਾ ਕੋਰਸ ਹੈਗਾ, ਜਿਹਦੇ ਵਿੱਚ ਬੱਚੇ 6 ਤੋਂ 8 ਮਹੀਨੇ ਦਾ ਕੋਰਸ ਕੈਨੇਡਾ ਜਾ ਕੇ ਕੰਪਲੀਟ ਕਰਕੇ ਉਸ ਤੋਂ ਬਾਅਦ 2 ਸਾਲ ਦਾ ਵਰਕ ਪਰਮਿਟ ਲੈ ਸਕਦੇ ਆ। ਇਹਦੇ 'ਚ ਸਪਾਊਸ ਤੇ ਬੱਚੇ ਦੇ ਨਾਲ ਵੀ ਜਿਹੜੇ ਹੈਗੇ ਐਪਲੀਕੈਂਟ ਅਪਲਾਈ ਕਰ ਸਕਦੇ, ਉਹਨਾਂ ਨੂੰ ਸਪਾਊਸ ਤੇ ਉਹਨਾਂ ਦੇ ਬੱਚੇ ਨੂੰ ਵੀ ਵੀਜ਼ਾ ਮਿਲਦਾ ਹੈਗਾ। ਇਹਦੇ 'ਚ ਕੋਈ ਜ਼ਿਆਦਾ ਫੀਸ ਨਹੀਂ ਹੁੰਦੀ ਗੀ, ਅਪਰੋਕਸੀਮੇਟਲੀ 3.5 ਤੋਂ ਲੈ ਕੇ 4.5 ਲੱਖ ਰੁਪਏ ਦੇ ਵਿੱਚ ਇਹ ਕੋਰਸ ਦੀ ਫੀਸ ਹੈਗੀ ਹੈ। ਤਾਂ ਜਿਹੜੇ ਐਪਲੀਕੈਂਟ ANM GNM ਕੀਤੀ ਹੈਗੀ ਹੈ ਜਾਂ ਜਿਨ੍ਹਾਂ ਨੇ BA B.Ed ਕੀਤੀ ਹੈਗੀ ਹੈ, ਉਹ ਐਜੂਕੇਸ਼ਨ ਦੇ ਨਾਲ ਰਿਲੇਟਡ ਹੈਗੇ ਆ ਜਾਂ ਕਿਤੇ ਨਾ ਕਿਤੇ ਕੇਅਰ ਗਿਵਿੰਗ ਦੇ ਨਾਲ ਰਿਲੇਟਡ ਹੈ, ਵੀ ਪੇਸ਼ੈਂਟ ਕੇਅਰ ਦੇ ਨਾਲ ਰਿਲੇਟਡ ਹੈਗੇ ਆ। ANM GNM ਵਾਲੇ BSc ਨਰਸਿੰਗ ਕੀਤੀ ਹੈਗੀ ਹੈ ਜਿਨ੍ਹਾਂ ਕੋਲੇ ਕੋਈ ਐਕਸਪੀਰੀਅੰਸ ਵੀ ਹੈਗਾ ਜਾਂ ਜਿਨ੍ਹਾਂ ਨੇ ਫਰੈਸ਼ ਵੀ ਇਸ ਤਰ੍ਹਾਂ ਦਾ ਕੋਈ ਕੋਰਸ ਕੰਪਲੀਟ ਕੀਤਾ ਹੈਗਾ, ਤਾਂ ਜਾਂ +2 ਮੈਡੀਕਲ ਵਾਲੇ ਬੱਚੇ ਵੀ ਇਸ ਕੋਰਸ ਦੇ ਵਿੱਚ ਅਪਲਾਈ ਕਰ ਸਕਦੇ ਆ। ਤਾਂ ਉਹਨਾਂ ਲਈ ਬਹੁਤ ਅੱਛੀ ਆਪਸ਼ਨ ਹੈ ਵੀ 6 ਤੋਂ 8 ਮਹੀਨੇ ਦਾ ਕੋਰਸ ਅਸੀਂ ਕੈਨੇਡਾ ਕੰਪਲੀਟ ਕਰਕੇ ਉਸ ਤੋਂ ਬਾਅਦ 2 ਸਾਲ ਦਾ ਕੋਰਸ ਆਪਾਂ ਵਰਕ ਪਰਮਿਟ ਲੈ ਸਕਦੇ ਹਾਂ। ਤੇ ਅੱਗੇ PR ਦੇ ਲਈ ਵੀ ਜਿਹੜੇ ਕੇਅਰ ਗਿਵਰ ਪ੍ਰੋਗਰਾਮ ਆ ਉਹਨਾਂ ਨੂੰ ਗਵਰਨਮੈਂਟ ਨੇ PR ਦੀਆਂ ਵੀ ਬਹੁਤ ਅੱਛੀਆਂ ਆਪਸ਼ਨ ਦਿੱਤੀਆਂ ਹੋਈਆਂ ਤੇ ਬਹੁਤ ਜਲਦੀ ਉਹ PR ਲੈ ਸਕਦੇ ਜੀ। ਜਿਹੜਾ ਨਰਸਿੰਗ ਡਿਪਾਰਟਮੈਂਟ ਹੈ, ਸਪੈਸ਼ਲੀ ਨਰਸਿੰਗ ਡਿਪਾਰਟਮੈਂਟ ਲਈ ਹੀ ਇਹ ਕੋਰਸ ਅਵੇਲੇਬਲ ਆ ਜਾਂ ਫਿਰ ਕੋਈ ਹੋਰ ਡਿਪਾਰਟਮੈਂਟ, ਕਮਰਸ ਵਾਲਾ ਸਟੂਡੈਂਟ ਆ ਜਾਂ ਆਰਟਸ ਵਾਲਾ ਸਟੂਡੈਂਟ ਆ, ਉਹ ਵੀ ਇਹਦੇ ਵਿੱਚ ਆਪਣਾ ਕਰ ਸਕਦਾ ਹੈ? ਨਹੀਂ, ਬੇਸਿਕਲੀ ਇਹ ਨਰਸਿੰਗ ਦੇ ਰਿਲੇਟਡ ਹੀ ਕੋਰਸ ਹੈਗਾ ਜੀ। ਇਹਦੇ 'ਚ ਜਾਂ ਤਾਂ ਨਰਸਿੰਗ ਦੇ ਰਿਲੇਟਡ ਜਿਹੜੇ ANM GNM BSc ਨਰਸਿੰਗ ਕੀਤੀ ਹੈ ਜਾਂ ਜਿਹੜੇ ਐਜੂਕੇਸ਼ਨ ਦੇ ਰਿਲੇਟਡ ਕੋਈ ਟੀਚਿੰਗ ਦੇ ਵਿੱਚ ਜਿਨ੍ਹਾਂ ਨੇ BA B.Ed ਕੀਤੀ ਹੈ ਜਾਂ ਕੋਈ ETT ਕੀਤੀ ਹੈ, ਵੀ ਜਿਹੜੇ ਚਾਈਲਡ ਦੀ ਐਜੂਕੇਸ਼ਨ ਦੇ ਨਾਲ ਰਿਲੇਟਡ ਆ, ਵੀ ਬੱਚਿਆਂ ਨੂੰ ਸਾਂਭ ਸੰਭਾਲ ਦੇ ਰਿਲੇਟਡ ਕੋਈ ਜਿਨ੍ਹਾਂ ਨੂੰ ਮਹਾਰਤ ਹੈ ਜਾਂ ਜਿਨ੍ਹਾਂ ਨੂੰ ਕੋਈ ਐਕਸਪੀਰੀਅੰਸ ਹੈ ਕਿ ਉਹ ਬੱਚਿਆਂ ਦੇ ਨਾਲ ਇੰਟਰੈਕਟ ਕਰ ਸਕਦੇ ਆ, ਬੱਚਿਆਂ ਨੂੰ ਸਾਂਭ ਸੰਭਾਲ ਕਰ ਸਕਦੇ ਆ, ਉਹ ਅਰਲੀ ਚਾਈਲਡ ਕੇਅਰ ਦੇ ਐਜੂਕੇਸ਼ਨ ਦੇ ਕੋਰਸ ਦੇ ਵਿੱਚ ਵੀ ਜਾ ਸਕਦੇ ਆ ਜੀ। ਕੁਲਵਿੰਦਰ ਜੀ, ਅਪਕਮਿੰਗ ਇਨਟੇਕਸ ਦੀ ਹੁਣ ਗੱਲ ਕਰਦੇ ਹਾਂ। ਕਿਹੜੇ ਇਨਟੇਕਸ ਨੇ ਜਿਹੜੇ ਹੁਣ ਤਿਆਰ ਨੇ ਤੇ ਸਟੂਡੈਂਟਸ ਨੂੰ ਹੁਣ ਕਿਹੜੀਆਂ ਖਾਸ ਗੱਲਾਂ ਦਾ ਧਿਆਨ ਰੱਖ ਕੇ ਉਹ ਇਨਟੇਕਸ ਵਾਸਤੇ ਤਿਆਰ ਹੋ ਜਾਣਾ ਚਾਹੀਦਾ ਆ? ਜਨਵਰੀ ਇਨਟੇਕ ਆਲਮੋਸਟ ਖਤਮ ਹੋ ਚੁੱਕਿਆ ਜੀ। ਇਸ ਤੋਂ ਬਾਅਦ ਮਾਰਚ ਤੇ ਮਈ ਇਨਟੇਕ ਹੈਗੇ ਆ ਤੇ ਮਈ ਇਨਟੇਕ ਦੀਆਂ ਸੀਟਸ ਵੀ ਬਹੁਤ ਲਿਮਟਿਡ ਹੁੰਦੀਆਂ ਹੈਗੀਆਂ ਕਿਉਂਕਿ ਬਹੁਤ ਛੋਟਾ ਇਨਟੇਕ ਹੁੰਦਾ। ਇਸ ਤੋਂ ਬਾਅਦ ਜਿਹੜੇ ਬੱਚੇ ਥੋੜਾ ਜਿਹਾ ਡਿਲੇ ਕਰਨਗੇ ਫਿਰ ਉਹਨਾਂ ਨੂੰ ਅੱਗੇ ਸੈਪਟੈਂਬਰ ਇਨਟੇਕ ਤੱਕ ਵੇਟ ਕਰਨਾ ਪਊਗਾ। ਤਾਂ ਆਲਰੇਡੀ ਬੱਚਿਆਂ ਨੂੰ ਇਹ ਸੁਜੈਸ਼ਨ ਹੈ ਵੀ ਆਲਰੇਡੀ ਹਾਈ ਕਮਿਸ਼ਨ ਦੇ ਵਿੱਚ ਪਿਛਲਾ ਬਹੁਤ ਜ਼ਿਆਦਾ ਰਸ਼ ਚੱਲ ਰਿਹਾ, ਜਿੰਨਾ ਤੁਸੀਂ ਡਿਲੇ ਕਰੋਗੇ ਉਨਾ ਹੀ ਬਹੁਤ ਜ਼ਿਆਦਾ ਤੁਹਾਡਾ ਪ੍ਰੋਸੈਸ ਅੱਗੇ ਸੈਪਟੈਂਬਰ ਤੱਕ ਚਲੇ ਜਾਣਾ ਹੈਗਾ। ਆਲਰੇਡੀ 50 ਤੋਂ 60 ਹਜ਼ਾਰ ਐਪਲੀਕੇਸ਼ਨਾਂ ਹਾਈ ਕਮਿਸ਼ਨ ਦੇ ਵਿੱਚ ਰਿਜ਼ਲਟ ਦੇ ਲਈ ਪੈਂਡਿੰਗ ਚੱਲ ਰਹੀਆਂ ਹੈਗੀਆਂ, ਉਹਨਾਂ ਦੇ ਹੁਣ VFS ਓਪਨ ਹੋ ਗਏ ਹੈਗੇ ਆ। ਤਾਂ ਤੁਹਾਨੂੰ ਹੁਣ ਜ਼ਿਆਦਾ ਡਿਲੇ ਨਹੀਂ ਕਰਨਾ ਚਾਹੀਦਾ, ਜਿੰਨੀ ਜਲਦੀ ਹੋ ਸਕਦਾ ਮਾਰਚ ਜਾਂ ਮਈ ਇਨਟੇਕ ਲਈ ਆਪਣੀ ਫਾਈਲ ਪ੍ਰੋਸੈਸ ਕਰਨੀ ਚਾਹੀਦੀ ਜੀ। ਕੁਲਵਿੰਦਰ ਜੀ, ਬਹੁਤ ਬਹੁਤ ਸ਼ੁਕਰੀਆ ਆਪਣੇ ਬੇਸ਼ਕੀਮਤੀ ਸਮਾਂ 'ਚੋਂ ਸਾਨੂੰ ਸਮਾਂ ਦੇਣ ਲਈ। ਧੰਨਵਾਦ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਜੇਕਰ ਤੁਸੀਂ ਵੀ ਇਮੀਗ੍ਰੇਸ਼ਨ ਸਲਾਹਕਾਰ ਹੋ ਜਾਂ ਵੀਜ਼ਾ ਐਕਸਪਰਟ ਹੋ, ਤੁਸੀਂ ਵੀ ਸਾਡੇ ਸ਼ੋਅ ਦੇ ਵਿੱਚ ਪਾਰਟਿਸਿਪੇਟ ਕਰਨਾ ਚਾਹੁੰਦੇ ਹੋ ਤਾਂ ਸਾਨੂੰ ਕਾਲ ਕਰ ਸਕਦੇ ਹੋ। ਨੰਬਰ ਹੈ 9914400369। ਨੰਬਰ ਇੱਕ ਵਾਰ ਫਿਰ ਤੋਂ ਨੋਟ ਕਰ ਲਓ, 9914400369।